वाहिगुरु जी का खालसा वाहिगुरु जी की फतेह। संगत जी आया जी आया नू। तो संगत जी ਅਸੀਂ ਕਾਫੀ ਸਮਾਂ ਪਹਿਲਾਂ ਵਿਚਾਰਾਂ ਕੀਤੀਆਂ ਸਨ ਕਿ ਸਾਡੀ ਬੋਡੀ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀ એનર્ਜੀ ਹੈ ਔਰ ਕੁਝ ਖਾਸ ਜਗ੍ਹਾ ਤੇ એનર્ਜੀ ਜਿਹੜੀ ਸਾਡੀ ਜ਼ਿਆਦਾ ਸਟੋਰ ਰਹਿੰਦੀ ਹੈ। ਉਹਨੂੰ એનર્ਜੀ ਪੁਆਇੰਟਸ ਵੀ ਕਹਿ ਦਿੰਦੇ ਨੇ ਔਰ ਕਈ ਉਹਨੂੰ ਚੱਕਰ ਕਹਿ ਦਿੰਦੇ ਨੇ, ਕਿਉਂਕਿ ਸ਼ਕਤੀ ਘੁੰਮਦੀ ਹੈ ਅੰਦਰ ਸਾਡੇ। ਤਾਂ ਉਹ ਖਾਸ ਪੁਆਇੰਟ ਨੇ ਜਿੱਥੇ ਜ਼ਿਆਦਾ ਘੁੰਮਦੀ ਹੈ, ਉਹਨੂੰ ਚੱਕਰ ਵੀ ਕਹਿ ਦਿੰਦੇ ਨੇ। ਤੇ ਉਸ ਸ਼ਕਤੀ ਨੂੰ ਕੁੰਡਲਨੀ ਦਾ ਨਾਮ ਵੀ ਦਿੱਤਾ ਵਿਦਵਾਨਾਂ ਨੇ। ਔਰ ਗੁਰੂ ਮਹਾਰਾਜ ਜੀ ਨੇ ਵੀ ਇਸ ਕੁੰਡਲਨੀ ਸ਼ਕਤੀ ਦਾ ਜ਼ਿਕਰ ਕੀਤਾ। ਇਹ ਜਿਹੜੀ ਸਾਡੀ ਕੁੰਡਲਨੀ ਸ਼ਕਤੀ ਹੈ ਅੰਦਰ ਸਾਡੇ, ਇਹ ਉਲਝੀ ਪਈ ਹੈ, ਲੇਕਿਨ ਇਹ ਸੁਲਝਾਣੀ ਹੈ ਅਸੀਂ ਸਾਰਿਆਂ ਨੇ। ਆਪਣੀ ਹੀ ਸ਼ਕਤੀ, ਆਪਣੀ ਹੀ ਤਾਕਤ, ਆਪਣੀ ਹੀ એનર્ਜੀ, ਉਹਨੂੰ ਅਸੀਂ ਸੁਲਝਾਣਾ ਆ। ਉਲਝੀ ਪਈ ਹੈ। ਮਹਾਰਾਜ ਕਹਿੰਦੇ ਕੁੰਡਲਨੀ ਕਿਵੇਂ ਸੁਰਜਦੀ ਹੈ? ਕੁੰਡਲਨੀ ਸੁਰਜੀ ਸਤਸੰਗਤ, ਸਤਸੰਗਤ ਦੇ ਵਿੱਚ ਜਾ ਕੇ ਸੁਰਜਦੀ ਹੈ। ਉਹਦੇ ਸੰਗਤ ਵਿੱਚ ਵੀ ਜਾ ਕੇ ਕਿਵੇਂ ਸੁਰਜਦੀ ਹੈ? ਉਹ ਜਦੋਂ ਤੁਸੀਂ ਗੁਰੂ ਦੇ ਬਚਨ ਕਮਾਉਂਦੇ ਹੋ। ਮਹਾਰਾਜ ਜੀ ਕਹਿੰਦੇ ਨੇ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮੱਚਾ। ਗੁਰੂ ਦੇ ਬਚਨਾਂ ਦੇ ਨਾਲ ਜਦੋਂ ਤੁਸੀਂ ਜੁੜਦੇ ਹੋ ਸੰਗਤ ਵਿੱਚ ਜਾ ਕੇ, ਤਾਂ ਫਿਰ ਤੁਸੀਂ ਪਰਮ ਆਨੰਦ ਦੀ ਅਵਸਥਾ ਵਿੱਚ ਆ ਜਾਂਦੇ ਹੋ। ਸ੍ਰੀ ਗੁਰੂ ਸਾਹਿਬ ਸਭ ਉੱਪਰ, ਜੋ ਗੁਰੂ ਜੀ ਨੇ ਉਹ ਸਭ ਤੋਂ ਉੱਤੇ ਨੇ, ਸ੍ਰੀ ਗੁਰੂ ਸਾਹਿਬ ਨੇ। ਤਾਂ ਹੁਣ ਮਹਾਰਾਜ ਜੀ ਕਹਿੰਦੇ ਆ ਫਿਰ ਇਹ ਆਪਣੇ ਗੁਰੂ ਦੀ ਫਿਰ ਕਿਵੇਂ ਸੇਵਾ ਕਰੋ? ਜਿਹੜੇ ਸਭ ਤੋਂ ਉੱਤੇ ਨੇ ਸ੍ਰੀ ਗੁਰੂ ਸਾਹਿਬ ਜੀ, ਮਨ ਬਚ ਕਰਮ, ਤਿੰਨ ਤਰ੍ਹਾਂ ਕਰਕੇ ਮਨ ਬਚ ਕਰਮ ਸੇਵੀਏ ਸੱਚਾ। ਇਹ ਸੱਚਾ ਗੁਰੂ ਜਿਹੜਾ ਆ, ਮਨ ਕਰਕੇ ਗੁਰੂ ਦੇ ਬਚਨਾਂ ਨੂੰ ਮੰਨਣਾ, ਬਚਨਾਂ ਕਰਕੇ ਮੰਨਣਾ ਔਰ ਕਰਮਾਂ ਕਰਕੇ। ਮਤਲਬ ਕਿ ਸਾਡੀ ਮਨ ਵਿੱਚ ਸੋਚ ਵੀ ਉਹੋ ਜਿਹੀ ਚੱਲਣ ਲੱਗ ਜਾਵੇ ਸੰਗਤ ਕਰ ਕਰਕੇ। ਇੱਕ ਦਿਨ 'ਚ ਨਹੀਂ ਹੋ ਜਾਣਾ। ਗੁਰੂ ਦੇ ਬਚਨ ਸੁਣ ਸੁਣ ਕੇ, ਕਮਾ ਕਮਾ ਕੇ ਸਾਡੀ ਸੋਚ ਵੀ ਗੁਰੂ ਵਰਗੀ ਹੋ ਜਾਵੇਗੀ। ਸਾਡੇ ਬਚਨ ਵੀ ਜਿਸ ਤਰ੍ਹਾਂ ਦੇ ਗੁਰੂ ਜੀ ਬਾਣੀ ਬੋਲਦੇ ਨੇ, ਉਸ ਤਰ੍ਹਾਂ ਦੀ ਸਾਡੀ ਵੀ ਭਾਖਿਆ ਹੋ ਜਾਏਗੀ, ਬੋਲੀ ਸਾਡੀ। ਇਹ ਨਿਸ਼ਾਨੀ ਹੈ ਜਿਨ੍ਹਾਂ ਦੀ ਕੁੰਡਲਨੀ ਸੁਰਜ ਜਾਂਦੀ ਹੈ। ਲੇਕਿਨ ਸੁਰਜ ਨਹੀਂ ਇਵੇਂ ਹੀ ਹੈ, ਗੁਰੂ ਦੇ ਬਚਨ ਕਮਾ ਕਮਾ ਕੇ। ਤਾਂ ਤੀਸਰਾ, ਕਰਮ ਵੀ ਫਿਰ ਉਹ ਜਿਹੇ ਹੋ ਜਾਣਗੇ ਜਿਹੇ ਜਿਹੇ ਗੁਰੂ ਕਰਮ ਕਰਦਾ, ਉਹ ਜਿਹੇ ਜਿਹੜਾ ਗੁਰੂ ਦਾ ਸਿੱਖ ਆ ਉਹਦੇ ਵੀ ਕਰਮ ਉਹ ਜਿਹੇ ਹੋ ਜਾਣਗੇ। ਜਿੱਥੇ ਕਿਹਾ ਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਤਾਂ ਸਮਝ ਲਓ ਕੁੰਡਲਨੀ ਸੁਰਜ ਗਈ ਉਹਨਾਂ ਦੀ। ਤਾਂ ਇਹ ਸਾਡੀ ਜੀਵਨ ਦੀ ਯਾਤਰਾ, ਜਰਨੀ ਆ ਸਾਡੀ ਸਾਰਿਆਂ ਦੀ। ਉਲਝੀ ਪਈ ਜਨਮਾਂ ਜਨਮਾਂ ਤੋਂ ਸਾਡੀ એનર્ਜੀ, ਸਾਡੀ ਸ਼ਕਤੀ, ਜਿਹੜੀ ਸਾਡੀ ਪਾਵਰ ਹੈ, ਇਹ ਵਿਕਾਰਾਂ ਵਿੱਚ ਉਲਝੀ ਪਈ ਹੈ। ਸੋ ਮਨ ਸਾਡਾ ਖਿੰਡਿਆ ਪਿਆ। ਇਹਨੂੰ ਕਿਵੇਂ ਸੁਲਝਾਣਾ ਹੈ? ਇਹ ਸਿਮਰਨ ਸਾਧਨਾ ਕਰਕੇ, ਬੰਦਗੀ ਕਰਕੇ, ਗੁਰੂ ਦੇ ਬਚਨ ਕਮਾ ਕੇ, ਸੰਗਤ ਵਿੱਚ ਜਾ ਕੇ। ਸੋ ਕਿਹੜੇ ਕਿਹੜੇ એનર્ਜੀ ਪੁਆਇੰਟਸ ਨੇ ਸਾਡੇ ਬਾਡੀ ਦੇ ਵਿੱਚ? ਵੈਸੇ ਤਾਂ ਬਹੁਤ ਗਿਣੇ ਨੇ, 108 ਚੱਕਰ ਵੀ ਗਿਣੇ ਨੇ, 109 ਤੱਕ ਦਾ ਵੀ ਕਈਆਂ ਨੇ ਜ਼ਿਕਰ ਕੀਤਾ। ਲੇਕਿਨ 7 ਮੇਜਰ ਸਾਡੇ એનર્ਜੀ ਪੁਆਇੰਟਸ ਨੇ, ਜਿਨ੍ਹਾਂ ਨੂੰ 7 ਚੱਕਰਾਸ ਵੀ ਕਹਿ ਦਿੰਦੇ ਨੇ। ਉਹਦੇ ਬਾਰੇ ਅਸੀਂ ਵਿਚਾਰ ਕਰਾਂਗੇ। ਸੋ ਉਹ ਫਿਰ 7 ਸਾਡੀਆਂ ਬਾਡੀਜ਼ ਵੀ ਨੇ। ਇੱਕ ਤਾਂ ਸਾਨੂੰ ਇਹ ਦੇਖਣ ਨੂੰ ਲੱਗਦੀ ਜਿਹੜੀ ਸਾਡੀ ਫਿਜ਼ੀਕਲ ਬਾਡੀ ਹੈ, ਇਹਦੇ ਵਿੱਚ ਸੂਖਮ ਤੋਂ ਸੂਖਮ ਸਰੀਰ ਵੀ ਹੋਰ ਨੇ। ਜਿਉਂ-ਜਿਉਂ ਅਸੀਂ ਅੰਤਰਮੁਖੀ ਹੋਈ ਜਾਂਦੇ ਹਾਂ, ਹਾਲੇ ਅਸੀਂ ਬਾਹਰ ਮੁਖੀ ਹਾਂ, ਜਿਉਂ-ਜਿਉਂ ਅੰਤਰਮੁਖੀ ਅਸੀਂ ਹੋਈ ਜਾਂਦੇ ਹਾਂ, ਤਾਂ ਸਾਡੇ ਉਹ ਅੰਦਰਲੇ ਸੂਖਮ ਸਰੀਰਾਂ ਦੇ ਨਾਲ ਸਾਡਾ ਕਨੈਕਸ਼ਨ ਬਣੀ ਜਾਂਦਾ। ਔਰ ਫਾਈਨਲ ਜੋ ਵੀ ਅਸੀਂ ਹਾਂ, ਉੱਥੇ ਤੱਕ ਫਿਰ ਅਸੀਂ ਪਹੁੰਚ ਜਾਂਦੇ ਹਾਂ। ਉਹ ਵੀ ਅਸੀਂ ਅੱਜ ਯਾਤਰਾ ਨੂੰ ਸਮਝਾਂਗੇ ਵੀ ਅਸੀਂ ਆਪਣੇ ਆਪ ਨੂੰ ਕੀ ਸਮਝਦੇ ਹਾਂ ਔਰ ਅਸੀਂ ਹੈ ਕੀ ਹਾਂ। ਸਿਰਫ ਆਪਣੇ ਆਪ ਤੱਕ ਨਹੀਂ, ਇਹ ਸੱਚ ਤੱਕ ਦੀ ਯਾਤਰਾ ਆ ਸਾਡੀ। ਤੇ ਕਿਹੜੇ એનર્ਜੀ ਪੁਆਇੰਟਸ ਨੇ, ਕਿਹਦੇ ਸਾਡੀ ਬਲੋਕੇਜ ਰਹਿੰਦੀ, ਸਾਡੇ ਕਿੱਦਾਂ ਦੇ ਸੋਚ ਨੇ, ਸਾਡਾ ਸੁਭਾਅ, ਸਾਡੇ ਕਰਮ, ਸਾਡੀਆਂ ਆਦਤਾਂ, ਇਹ ਅਸੀਂ ਸਾਰਾ ਜਿਹੜੇ 3 ਪੁਆਇੰਟਸ ਨੇ ਉਹਨਾਂ ਦੀਆਂ ਵਿਚਾਰਾਂ ਅਸੀਂ ਪਿਛਲੇ ਇੱਕ ਸੈਸ਼ਨ ਵਿੱਚ ਕਰ ਲਈਆਂ ਸਨ। ਅੱਜ ਥੋੜਾ ਥੋੜਾ ਉਹਨਾਂ ਦਾ ਜ਼ਿਕਰ ਕਰਾਂਗੇ। ਬਾਕੀ ਜਿਹੜੇ ਅਗਲੇ 4 ਪੁਆਇੰਟਸ ਨੇ એનર્ਜੀ ਪੁਆਇੰਟਸ, ਉਹਨਾਂ ਦੇ ਉੱਤੇ ਅਸੀਂ ਜ਼ਿਆਦਾ ਵਿਚਾਰਾ ਕਰਾਂਗੇ। ਸੋ ਪਹਿਲਾ ਜਿਹੜੀ ਸਾਡੀ ਹੈਗੀ ਹੈ ਫਿਜ਼ੀਕਲ ਬਾਡੀ, ਜਿਹੜੀ ਐਥਰਿਕ ਬਾਡੀ ਹੈ, ਇਹਦਾ ਜਿਹੜਾ ਮੇਨ ਪੁਆਇੰਟ ਹੈਗਾ ਉਹ ਸਾਡਾ ਬੇਸ ਆਫ ਦਾ ਸਪਾਈਨ, ਜਿਹਨੂੰ ਆਪਾਂ ਮੂਲਾਧਾਰ ਵੀ ਕਹਿ ਦਿੰਦੇ ਹਾਂ, ਰੂਟ ਚੱਕਰਾ ਵੀ ਕਹਿ ਦਿੰਦੇ ਹਾਂ। ਉਹਦਾ ਕਲਰ ਹੈਗਾ ਰੈੱਡ। ਸੋ ਇਹ ਅਸੀਂ ਵਿਚਾਰਾਂ ਪਿੱਛੇ ਕਰ ਲਈਆਂ ਸੀ। ਤੇ ਦੂਸਰਾ ਜਿਹੜਾ ਸਾਡਾ ਇਸ ਤੋਂ ਫਿਰ ਉੱਪਰ ਬੇਸ ਆਫ ਤੋਂ ਸਪਾਈਨ ਉੱਪਰ ਆ ਜਾਈਏ, ਸਾਡੇ ਨੇਵਲ ਤੋਂ, ਨਾਭੀ ਤੋਂ ਨੀਚੇ
ਇੱਥੇ ਸਾਡਾ ਜਿਹੜਾ ਸੈਕੰਡ ਸ਼ੁਰੂ ਹੋ ਜਾਂਦਾ, ਇਹ ਹੈਗਾ ਸੇਕਰਲ, ਸਵਾਦਿਸ਼ਠਾਨ ਇਹਨੂੰ ਕਹਿੰਦੇ ਨੇ। ਤਾਂ ਇਹ ਇਮੋਸ਼ਨਲ ਬਾਡੀ ਸਾਡੀ, ਇਹਦਾ ਇਮੋਸ਼ਨਲ ਬਾਡੀ ਦੇ ਨਾਲ ਸਾਡਾ ਕਨੈਕਸ਼ਨ ਹੈ। ਤਾਂ ਤੀਸਰਾ ਜਿਹੜਾ ਆ ਗਿਆ ਉਹ ਐਸਟਰਲ ਬਾਡੀ ਹੈ, ਮਣੀਪੁਰ ਚੱਕਰ। ਇਹ ਸਾਡੀ ਦੋਨਾਂ ਰਿਬਸ ਦੇ ਵਿਚਕਾਰ ਹੁੰਦਾ ਹੈ। ਇਹ ਸਾਡੀ ਤੀਸਰੀ ਬਾਡੀ ਆ ਗਈ, ਐਸਟਰਲ ਬਾਡੀ ਆ ਗਈ, ਤੇ ਇਹਦਾ ਕਲਰ ਹੈਗਾ ਯੈਲੋ। ਹੁਣ ਆ ਗਈ ਜੀ ਅਸੀਂ ਮੈਂਟਲ ਬਾਡੀ, ਚੌਥਾ ਜਿਹੜਾ ਸਾਡਾ ਸਰੀਰ ਹੈ। ਸੋ ਉੱਥੇ ਤੱਕ ਵੀ ਨਹੀਂ ਅਸੀਂ ਪਹੁੰਚ ਪਏ, ਔਰ ਇਹ ਰਿਸਰਚਰਸ ਕਹਿੰਦੀਆਂ ਨੇ ਜਿਹੜੇ ਚੱਕਰਾ ਹੀਲਿੰਗਸ ਵਾਲੇ ਨੇ, ਜਿਹੜੇ ਐਨਰਜੀ ਲੈਵਲ ਤੇ ਬਹੁਤ ਸਾਰਾ ਕੰਮ ਕਰ ਰਹੇ ਨੇ, ਉਹ ਦੱਸਦੇ ਨੇ ਕਿ ਰੂਟ ਚੱਕਰ ਹੀ ਲੋਕਾਂ ਦਾ ਬੰਦ ਪਿਆ, 90% ਲੋਕਾਂ ਦਾ। ਜਿੰਨਾ ਉਹਨੂੰ ਖੁੱਲਣਾ ਚਾਹੀਦਾ, ਐਕਟੀਵੇਟ ਹੋਣਾ ਚਾਹੀਦਾ, ਉਹਨਾਂ ਨਹੀਂ ਹੋ ਰਿਹਾ। ਜਾਂ ਤਾਂ ਓਵਰ ਹੈ ਜਾਂ ਫਿਰ ਬਹੁਤ ਘੱਟ ਆ, ਇੱਕ ਬੈਲੈਂਸ ਦੇ ਵਿੱਚ ਨਹੀਂ ਹੈ। ਸੋ ਪਿਛਲੇ ਅਸੀਂ ਸੈਸ਼ਨ ਵਿੱਚ ਵਿਚਾਰਾਂ ਕਰ ਲਈਆਂ ਸਨ ਵੀ ਉਹ ਇੰਬੈਲੈਂਸ ਆ, ਕਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਬੈਲੈਂਸ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ। ਹੁਣ ਅਸੀਂ ਅੱਜ ਚੌਥੇ ਤੇ ਆਵਾਂਗੇ, ਚੌਥੇ ਸਰੀਰ ਦੇ ਉੱਤੇ, ਜਿਹੜਾ ਕਿ ਹਾਰਟ ਚੱਕਰ ਆ, ਸਾਡਾ ਹਿਰਦੇ ਦਾ ਚੱਕਰ ਆ। ਇਹਨੂੰ ਮੈਂਟਲ ਬਾਡੀ ਵੀ ਕਿਹਾ ਜਾਂਦਾ। ਇਹਦੀ ਜ਼ਿਆਦਾ ਗਰੋਥ ਕਦੋਂ ਹੁੰਦੀ ਹੈ? 21 ਤੋਂ 28 ਸਾਲਾਂ ਦੀ ਉਮਰ ਵਿੱਚ, ਨੈਚੁਰਲ ਜਿਹੜੀ ਹੈ, ਕਾਮਨ ਇਹ। ਪਰ ਕਈਆਂ ਦੀ ਬਚਪਨ ਵਿੱਚੋਂ ਬਹੁਤ ਸਾਰੀ ਗਰੋਥ ਪਹਿਲਾਂ ਹੀ ਹੋਈ ਹੁੰਦੀ, ਪਿਛਲੇ ਜਨਮਾਂ ਦਾ ਬਹੁਤ ਸਾਰਾ ਕਮਾ ਕੇ ਲੈ ਕੇ ਆਏ ਹੁੰਦੇ ਨੇ। ਸੋ ਇਹਨੂੰ ਅਨਾਹਤ ਚੱਕਰ ਵੀ ਕਹਿੰਦੇ ਨੇ। ਇਹ ਸੈਂਟਰ ਆਫ ਦਾ ਚੈਸਟ, ਛਾਤੀ ਦੇ ਵਿਚਕਾਰ ਆ। ਇਹਦਾ ਹਰਾ ਰੰਗ ਵੀ ਗਿਣਦੇ ਨੇ, ਥੋੜਾ ਪਿੰਕ ਟੋਨ ਵਿੱਚ ਵੀ ਗਿਣਦੇ ਨੇ। ਸੋ ਇਹ ਸੰਗਤ ਜੀ, ਇਹ ਜਿਹੜਾ ਆ, ਇਹ ਕੀ ਰਿਪਰੈਜ਼ੈਂਟ ਕਰਦਾ? ਇੱਥੇ ਸਾਡਾ ਕੀ ਸਿਸਟਮ ਰਿਪਰੈਜ਼ੈਂਟ ਆ? ਲਵ, ਮਤਲਬ ਪ੍ਰੇਮ ਦਾ ਕਨੈਕਸ਼ਨ ਇਸੇ ਚੱਕਰ ਨਾਲ ਆ ਸਾਡਾ। ਸੈਲਫ ਲਵ, ਆਪਣੇ ਆਪ ਨੂੰ ਪ੍ਰੇਮ ਕਰਨ ਦਾ ਕਨੈਕਸ਼ਨ ਵੀ ਇਸੇ ਚੱਕਰ ਦੇ ਨਾਲ ਆ, ਇਸੇ ਐਨਰਜੀ ਪੁਆਇੰਟ ਦੇ ਨਾਲ ਆ। ਸੋ ਸਾਡੇ ਰਿਸ਼ਤੇ ਵੀ ਜਿਹੜੇ ਨੇ ਇੱਥੋਂ ਹੀ ਬਣਦੇ ਨੇ। ਮਤਲਬ ਜੇ ਠੀਕ ਚੱਲ ਰਿਹਾ, ਸਾਡੇ ਸੁੰਦਰ ਰਿਸ਼ਤੇ, ਪਿਆਰੇ ਰਿਸ਼ਤੇ ਆ, ਅਗਰ ਇਹੀ ਸਾਡਾ ਇੰਬੈਲੈਂਸ ਆ, ਤਾਂ ਸਾਡੇ ਰਿਸ਼ਤੇ ਵੀ ਅੱਛੇ ਨਹੀਂ ਹੋਣਗੇ। ਤੇ ਇਹ ਹੈਗਾ ਕਲਪਨਾ ਦਾ, ਇਹ ਸਾਡੀ ਬਾਡੀ ਹੈ, ਇਮੈਜੀਨੇਸ਼ਨ ਦੀ, ਡ੍ਰੀਮਿੰਗ ਦੀ ਬਾਡੀ ਹੈਗੀ ਹੈ ਸਾਡੀ, ਜਿਹੜਾ ਚੌਥਾ ਸਰੀਰ ਹੈ। ਅਗਰ ਇਹ ਇੰਬੈਲੈਂਸ ਹੋ ਜਾਂਦਾ ਹੈ, ਸਾਡਾ ਇਹ ਐਨਰਜੀ ਪੁਆਇੰਟ, ਚੌਥਾ ਸਰੀਰ ਅਗਰ ਇੰਬੈਲੈਂਸ ਆ, ਡਿਪਰੈਸ਼ਨ, ਲੈਕ ਆਫ ਸੈਲਫ ਲਵ, ਸੋ ਰਿਲੇਸ਼ਨਸ਼ਿਪ ਵਿੱਚ ਵੀ ਡਿਫਿਕਲਟੀ ਆਉਂਦੀ ਹੈ। ਤਾਂ ਇਹ ਸਾਧਨਾ ਦੇ ਨਾਲ ਇਹ ਖੁੱਲ੍ਹਣਾ ਸਾਰਾ ਪ੍ਰੇਮ ਦੇ ਭਾਵ, ਫਿਰ ਪਰਮਾਤਮਾ ਦੇ ਨਾਲ ਪਹਿਲਾਂ ਨਾ, ਕਿਉਂਕਿ ਦੂਸਰੇ ਬੰਦਿਆਂ ਨੂੰ ਜਦੋਂ ਅਸੀਂ ਨਹੀਂ ਕਰ ਪਾਉਂਦੇ, ਪਰਮਾਤਮਾ ਦੇ ਨਾਲ ਪ੍ਰੇਮ ਦਾ ਕਨੈਕਸ਼ਨ ਜੋੜ ਕੇ ਫਿਰ ਇਹ ਖੁੱਲ੍ਹਣ ਲੱਗ ਜਾਂਦਾ, ਜਿੰਨਾ ਬੈਲੈਂਸ ਵਿੱਚ ਆ ਜਾਂਦਾ। ਜੋ ਜ਼ਿਆਦਾ ਵੀ ਠੀਕ ਨਹੀਂ ਹੁੰਦਾ, ਜਿੰਨਾ ਇੱਕ ਬੈਲੈਂਸ ਚਾਹੀਦਾ ਉਹਨਾਂ। ਸੋ ਸਾਡੇ ਬਾਡੀ ਦੇ ਕਿਹੜੇ ਪਾਰਟਸ ਦੇ ਨਾਲ ਇਹਦਾ ਕਨੈਕਸ਼ਨ ਹੈਗਾ? ਸਾਡਾ ਹਾਰਟ ਦੇ ਨਾਲ ਆ, ਬਲੱਡ ਦੇ ਨਾਲ ਆ, ਲੰਗਸ ਦੇ ਨਾਲ ਆ, ਔਰ ਡਾਇਆਫ੍ਰਾਮ ਦੇ ਨਾਲ ਆ, ਬ੍ਰੈਸਟ ਨਾਲ, ਥਾਈਮਸ ਨਾਲ, ਸ਼ੋਲਡਰਸ, ਆਰਮਸ, ਹੈਂਡਸ, ਇਹਦੇ ਨਾਲ ਇਹਦਾ ਕਨੈਕਸ਼ਨ ਹੈਗਾ ਆ। ਬਿਮਾਰੀਆਂ ਕਿਹੜੀਆਂ ਲੱਗ ਜਾਂਦੀਆਂ ਨੇ ਅਗਰ ਇਹ ਇੰਬੈਲੈਂਸ ਆ? ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਬਲੱਡ ਕੈਂਸਰ ਤੱਕ ਹੋ ਸਕਦਾ, ਸ਼ੋਲਡਰ ਪੇਨ ਹੋ ਜਾਏਗੀ, ਅਪਰ ਬੈਕ ਦੀਆਂ ਪ੍ਰੋਬਲਮਸ ਇਹਦੇ ਕਰਕੇ ਹੁੰਦੀਆਂ। ਮੈਂਟਲੀ ਕਿਹੜੀਆਂ ਹੋ ਜਾਂਦੀਆਂ ਨੇ? ਲੈਕ ਆਫ ਲਵ, ਮਤਲਬ ਪ੍ਰੇਮ ਦੀ ਕਮੀ ਮਹਿਸੂਸ ਕਰੇਗਾ ਉਹ ਆਪਣੇ ਵਿੱਚ, ਮਤਲਬ ਕੋਈ ਮੈਨੂੰ ਪਿਆਰ ਨਹੀਂ ਕਰਦਾ, ਜਾਂ ਆਪਣੇ ਆਪ ਸੈਲਫ ਲਵ ਵੀ ਨਹੀਂ ਹੁੰਦਾ, ਕੌਨਫੀਡੈਂਸ ਦੀ ਕਮੀ ਹੁੰਦੀ ਹੈ, ਲੈਕ ਆਫ ਮੋਟੀਵੇਸ਼ਨ, ਹੋਪਲੈਸਨੈਸ, ਮਤਲਬ ਜ਼ਿੰਦਗੀ ਵਿੱਚ ਨਿਰਾਸ਼ਾ, ਹੇਟਰਡ, ਜੈਲਸੀ, ਐਂਗਰ, ਲੈਕ ਆਫ ਕੰਪੈਸ਼ਨ, ਅੰਦਰ ਦਇਆ ਵੀ ਘੱਟ ਹੁੰਦੀ ਹੈ। ਇਹ ਹੋ ਜਾਂਦਾ ਇਹਦੇ ਨਾਲ। ਸੋ ਹੁਣ ਇਹਦੇ ਬਾਰੇ ਅਸੀਂ ਸਮਝੀਏ ਵੀ ਇਹ ਜਦੋਂ ਬਿਲਕੁਲ ਸਹੀ ਹੈ, ਸਾਡਾ ਬੈਲੈਂਸ ਦੇ ਵਿੱਚ ਆ, ਜਿਨ੍ਹਾਂ ਦਾ ਬੈਲੈਂਸ ਦੇ ਵਿੱਚ ਆ, ਉਹਨਾਂ ਦੀ ਕੀ ਅਵਸਥਾ ਹੋ ਜਾਂਦੀ ਹੈ। ਇੰਬੈਲੈਂਸ ਦਾ ਤਾਂ ਅਸੀਂ ਦੇਖ ਲਿਆ, ਜਿਨ੍ਹਾਂ ਦਾ ਬੈਲੈਂਸ ਦੇ ਵਿੱਚ ਆ, ਇਹ ਸੰਗਤ ਜੀ, ਇਹ ਜਿਹੜਾ ਆ, ਇਹ ਡ੍ਰੀਮਿੰਗ ਵਾਲੀ ਸਟੇਟ ਵਿੱਚ ਬੰਦਾ ਇਹਦੇ ਨਾਲ ਪਹੁੰਚਦਾ ਹੈ। ਇੱਕ ਤਾਂ ਅਸੀਂ ਸੌ ਕੇ ਉੱਦਾਂ ਸੁਪਨੇ ਲੈਂਦੇ ਆ ਨਾ, ਤੇ ਕਿਤੇ ਹੀ ਅਸੀਂ ਪਹੁੰਚੇ ਹੁੰਦੇ ਆ, ਸੁਪਨਾ ਦਾ ਕਿਸੇ ਦੇਸ਼, ਕਿਸੇ ਪ੍ਰਦੇਸ਼, ਕਿਸੇ ਰਿਸ਼ਤੇਦਾਰ ਕੋਲ, ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਂਦੇ ਆ। ਇਹਦੇ ਨਾਲ ਵੀ ਅਸੀਂ ਬਿਨਾਂ ਸੋਏ ਹੀ, ਜਦੋਂ ਜਿਨ੍ਹਾਂ ਦਾ ਇਹ ਚੌਥਾ ਸਰੀਰ ਖੁੱਲ ਜਾਂਦਾ ਆ, ਬਿਨਾਂ ਸੁੱਤਿਆਂ ਹੀ ਦੂਸਰੀ ਜਗ੍ਹਾ ਪਹੁੰਚਿਆ ਜਾ ਸਕਦਾ ਹੈ। ਬਿਨਾਂ ਸੁੱਤਿਆਂ, ਜਾਗਰਤ ਅਵਸਥਾ ਵਿੱਚ, ਧਿਆਨ ਦੀ ਅਵਸਥਾ ਵਿੱਚ, ਇੱਥੇ ਹੀ ਬੈਠੇ ਆ, ਕਿਤੇ ਵੀ, ਮੰਨ ਲਓ ਆਸਟ੍ਰੇਲੀਆ, ਹੁਣ ਅਸੀਂ ਕੈਨੇਡਾ ਬੈਠੇ ਆ, ਅਮਰੀਕਾ, ਜਿੱਥੇ ਵੀ ਜਾਣਾ ਚਾਹੇ ਉਹ ਜਾ ਸਕਦੇ ਨੇ। ਇੰਨਾ ਜ਼ਿਆਦਾ ਇਹ ਸਾਡੇ ਹੀ ਅੰਦਰ, ਸਾਰਿਆਂ ਦੇ ਅੰਦਰ ਸ਼ਕਤੀ ਹੈ, ਜਿਨ੍ਹਾਂ ਦੇ ਆਪਣੀਆਂ ਮਤਲਬ
ਵਿਕਾਰਾਂ ਨੂੰ ਸਾਧਦੇ ਗਏ, ਉਹ ਇੱਥੇ ਤੱਕ ਉਹਨਾਂ ਦਾ ਇਹ ਖੁੱਲ੍ਹਦਾ ਗਿਆ, ਪਰ ਇੱਥੇ ਹੀ ਹਾਲੇ ਰੁਕਣਾ ਨਹੀਂ। ਸੋ ਇਹਦੇ ਵਿੱਚ ਅੱਖਾਂ ਬੰਦ ਵਿੱਚ ਸਾਰਾ ਕੁਝ ਸਾਫ਼-ਸਾਫ਼ ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ, ਇਸ ਅਵਸਥਾ ਵਾਲਿਆਂ ਨੂੰ। ਤੇ ਦੂਰ ਦੀਆਂ ਘਟਨਾਵਾਂ ਜਿਹੜੀਆਂ ਨੇ ਜਿੱਥੇ ਬੈਠੇ ਉੱਥੇ ਨਜ਼ਰ ਆਉਣ ਲੱਗ ਜਾਂਦੀਆਂ। ਇੱਕ ਤਾਂ ਜਿੱਦਾਂ ਹੁਣ ਬੈਠੇ ਆ ਤੇ ਜਿਹੜੀ ਹੋ ਰਹੀ ਉਹ ਵੀ, ਇੱਕ ਜਿਹੜੀ ਹਾਲੇ ਹੋਣ ਵਾਲੀ ਹੈ ਉਹ ਵੀ ਘਟਨਾ ਉਹਨਾਂ ਨੂੰ ਜਿਹੜੀ ਨਜ਼ਰ ਆਉਣ ਲੱਗ ਜਾਂਦੀ ਹੈ। ਸੋ ਇਹ ਟੈਲੀਪੈਥੀ, ਉਹ ਇਹਨਾਂ ਦੀ ਸ਼ਕਤੀ ਜਿਹੜੀ ਜਾਗਦੀ ਆ। ਟੈਲੀਪੈਥੀ ਹੁੰਦਾ ਜਿਵੇਂ ਰੇਡੀਓ ਅਸੀਂ ਲਗਾ ਕੇ ਸੁਣਦੇ ਆ ਨਾ, ਸੋ ਉਹਨਾਂ ਨੂੰ ਦੂਰ ਦੀ ਗੱਲ ਵੀ ਸੁਣ ਜਾਂਦੀ ਹੈ। ਕਿਸੇ ਦੇਸ਼ ਵਿੱਚ ਕੋਈ ਗੱਲ ਕਰ ਰਿਹਾ ਤਾਂ ਇੱਥੇ ਉਹਨਾਂ ਨੂੰ ਸੁਣੇਗੀ। ਉਹ ਨਹੀਂ ਉਹ ਸੁਣਨਾ ਚਾਹੁੰਦੇ, ਕੁਦਰਤ ਉਹਨਾਂ ਨੂੰ ਜਿਹੜਾ ਸੁਣਾ ਦੇਵੇ ਉਹੀ ਸੁਣਦੇ ਨੇ, ਕਿਉਂਕਿ ਜਿਹੜੇ ਇਸ ਆਪਣੀ ਸ਼ਕਤੀ ਨੂੰ ਠੀਕ ਇਸਤੇਮਾਲ ਨਹੀਂ ਕਰਦੇ, ਰਿਧੀਆਂ ਸਿੱਧੀਆਂ 'ਚ ਪੈ ਜਾਂਦੇ ਨੇ, ਉਹ ਫਿਰ ਲੋਕਾਂ ਨੂੰ ਵੀ ਦੀਆਂ ਖਬਰਾਂ ਦਿੰਦੇ ਨੇ, ਤੇਰੇ ਘਰ ਆਓ ਹੋਣ ਵਾਲਾ, ਉਹ ਇਸ ਤਰ੍ਹਾਂ ਉਲਝ ਜਾਂਦੇ ਨੇ। ਸੋ ਕੁਦਰਤ ਜੋ ਦਿਖਾ ਦੇਵੇ, ਕੁਦਰਤ ਜੋ ਇਸ਼ਾਰਾ ਕਰ ਦੇਵੇ, ਕੁਦਰਤ ਅਗਰ ਦੱਸਣ ਦਾ ਇਸ਼ਾਰਾ ਕਰ ਦੇਵੇ ਫਿਰ ਦੱਸਦੇ ਨੇ, ਨਹੀਂ ਤਾਂ ਪਤਾ ਹੁੰਦਿਆਂ ਵੀ ਉਹ ਸ਼ਾਂਤ ਰਹਿੰਦੇ ਨੇ। ਟੈਲੀਪੈਥੀ ਦੂਸਰਾ ਕਲੀਅਰ ਵੌਇਸ, ਇਹ ਵੀ ਸ਼ਕਤੀ ਜਾਗਰਤ ਹੁੰਦੀ। ਟੈਲੀਪੈਥੀ ਤਾਂ ਹੁੰਦੀ ਆ ਵੀ ਸੁਣਨ ਦੀ ਕਲਾ, ਇਹਦੇ ਵਿੱਚ ਦੇਖਣ ਦੀ ਕਲਾ ਵੀ, ਜਿਵੇਂ ਟੀਵੀ ਤੇ ਅਸੀਂ ਦੇਖਦੇ ਹਾਂ ਇਵੇਂ ਘਟਨਾਵਾਂ ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦੀਆਂ। ਫਿਰ ਥੌਟ ਰੀਡਿੰਗ, ਸਾਹਮਣੇ ਵਾਲੇ ਦੇ ਮਨ ਦੇ ਵਿਚਾਰ ਉਹਨਾਂ ਆਟੋਮੈਟਿਕਲੀ ਉਹਨਾਂ ਨੂੰ ਪਤਾ ਚੱਲ ਜਾਂਦਾ ਆ, ਪਰ ਉਹ ਇਹਦਾ ਜ਼ਿਕਰ ਨਹੀਂ ਕਰਦੇ। ਉਹਨਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਵੀ ਇੱਥੋਂ ਹੀ ਲੰਘ ਕੇ ਆਏ ਹਾਂ। ਜਿਵੇਂ ਕੋਈ ਛੋਟਾ ਬੱਚਾ ਸਾਹਮਣੇ ਹੋਵੇ ਤਾਂ ਜਿਹੜਾ ਟੀਚਰ ਹੁੰਦਾ ਉਹਨੂੰ ਪਤਾ ਕਦੀ ਮੈਨੂੰ ਵੀ ਨਹੀਂ ਸੀ ABC ਲਿਖਣੀ ਆਉਂਦੀ। ਸੋ ਕਿਸੇ ਵੀ ਤਰ੍ਹਾਂ ਉਹਨਾਂ ਬਾਰੇ ਉਹ ਆਪਣੀ ਕੋਈ ਜੱਜ ਨਹੀਂ ਕਰਦੇ, ਕੋਈ ਕੁਛ ਨਹੀਂ ਕਰਦੇ। ਹਾਂ, ਹੈਲਪ ਤਾਂ ਜ਼ਰੂਰ ਕਰਨਗੇ ਕਿ ਇਹ ਵੀ ਉੱਚਾ ਉੱਠਣ। ਸੋ ਇਹਦੇ ਵਿੱਚ ਆਪਣਾ ਇਤਿਹਾਸ ਦੇ ਵਿੱਚ ਨਾ ਬਾਬਾ ਰਾਮ ਰਾਏ ਜੀ ਦੀ ਸਾਖੀ ਆਪ ਜੀ ਨੇ ਬੜੀ ਵਾਰ ਸੁਣੀ ਹੋਵੇਗੀ। ਸੋ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ, ਉਹ ਇਸ ਤਰ੍ਹਾਂ ਉਹਨਾਂ ਕੋਲ ਤਾਂ ਸੀਗੀਆਂ ਹੀ 72 ਕਰਾਮਾਤਾਂ, ਤੁਸੀਂ ਦੇਖੀਆਂ ਇਤਿਹਾਸ ਦੇ ਵਿੱਚ ਇੰਨਾ ਜ਼ਿਕਰ ਕਰਦੇ ਨੇ ਸਾਰੇ ਇਤਿਹਾਸਕਾਰ। ਭਾਈ ਸੰਤੋਖ ਸਿੰਘ ਜੀ ਵੀ ਗੁਰੂ ਪੁੱਤਰ ਸਨ, ਸ਼ਕਤੀਆਂ ਦੇ ਮਾਲਕ ਸਨ। 72 ਕਰਾਮਾਤਾਂ ਤਾਂ ਉਹਨਾਂ ਨੇ ਔਰੰਗਜ਼ੇਬ ਦੇ ਦਰਬਾਰ 'ਚ ਹੀ ਦਿਖਾ ਦਿੱਤੀਆਂ ਸੀ। ਸੋ ਇਹ ਬਾਬਾ ਰਾਮ ਰਾਏ ਜੀ ਇੱਕ ਵਾਰ ਆਪਣੇ ਜਦੋਂ ਗ੍ਰਹਿ ਵਿਖੇ ਸੀ, ਆਪਣੇ ਪਤਨੀ ਨੂੰ ਉਹ ਕਹਿ ਕੇ ਗਏ ਸੀ, ਅਸੀਂ 7 ਦਿਨ ਦੇ ਲਈ ਨਾ, ਸਰੀਰ ਸਾਡਾ ਇੱਥੇ ਹੀ ਹੈ, ਆਪਣੀ ਰੂਹ ਅਸੀਂ ਕਿਤੇ ਦੂਰ ਲੈ ਕੇ ਜਾ ਰਹੇ ਹਾਂ, ਤੇ ਉੱਥੇ ਕਿਸੇ ਦੇ ਕਾਰਜ ਅਸੀਂ ਸਵਾਰਨੇ, ਅਸੀਂ ਉੱਥੇ ਚੱਲੇ ਹਾਂ, ਸੋ ਸਾਡੇ ਸਰੀਰ ਨੂੰ ਹਿਲਾਇਓ ਨਾ। ਸੋ ਬੜੀ ਵੱਡੀ ਇਹ ਸਿੱਖ ਇਤਿਹਾਸ ਦੇ ਵਿੱਚ ਘਟਨਾ ਹੈ। ਪਰ ਜਿਹੜੇ ਫਿਰ ਉਹ ਮਸੰਦ ਸੀਗੇ, ਉਹ ਜਿਹੜੇ ਜੈਲਸੀ ਕਰਦੇ ਸੀਗੇ, ਕਿਉਂਕਿ ਇਹਨਾਂ ਨਾਲ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਇਸ ਤਰ੍ਹਾਂ ਇਹ ਕਰ ਲੈਂਦੇ, ਏਡੀਆਂ ਸ਼ਕਤੀਆਂ ਦੇ ਮਾਲਕ ਨੇ। ਤਾਂ ਉਹਨਾਂ ਨੇ ਕਿਹਾ ਵੀ 7 ਦਿਨ ਹੋ ਗਏ ਨੇ ਵੀ ਸਰੀਰ ਨਾ ਹਿੱਲਿਆ ਨਾ ਜੁਲਿਆ, ਤਾਂ ਉਹ ਆਪਣੇ ਪਤਨੀ ਨੂੰ ਤਾਂ ਉਹਨਾਂ ਨੇ ਦੱਸਿਆ ਹੀ ਹੋਇਆ ਸੀ, ਉਹਨਾਂ ਨੂੰ ਪਤਾ ਸੀ ਵੀ ਸਾਨੂੰ ਹਿਲਾਇਓ ਨਾ। ਪਰ ਉਹ ਮਸੰਦਾਂ ਨੇ ਇਹ ਕਹਿ ਕੇ ਕਿ ਨਹੀਂ ਇਹ ਤਾਂ ਸਰੀਰ ਤਿਆਗ ਕੇ ਚਲੇ ਗਏ ਨੇ, ਤੁਸੀਂ ਵਹਿਮ ਕਰਦੇ ਹੋ, ਤਾਂ ਉਹਨਾਂ ਨੇ ਉਹਨਾਂ ਦਾ ਸਰੀਰ ਜਿਹੜਾ ਜਲਾ ਦਿੱਤਾ ਸੀ। ਬਾਅਦ 'ਚ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਇਸ ਚੀਜ਼ ਦੀ ਪਨਿਸ਼ਮੈਂਟ ਵੀ ਦਿੱਤੀ ਸੀ, ਕਿਉਂਕਿ ਉਹ ਬੜੀ ਇਸ ਅਵਸਥਾ ਦੇ ਉਹ ਮਾਲਕ ਸਨ। ਇਤਿਹਾਸ ਵਿੱਚ ਤੁਸੀਂ ਸੁਣਿਆ ਵੀ ਹੋਏਗਾ, ਬਾਣੀ ਵਿੱਚ ਵੀ ਇਹਦਾ ਜ਼ਿਕਰ ਆਉਂਦਾ। ਇਹ ਅਵਸਥਾ ਕਿਹੋ ਜਿਹੀ ਆ ਜਾਂਦੀ ਆ, ਅੱਖੀ ਵਾਜੋ ਵੇਖਣਾ ਬਿਨ ਕੰਨਾਂ ਸੁਣ, ਅੱਖਾਂ ਤੋਂ ਬਿਨਾਂ ਹੀ, ਆਹ ਵਾਲੀਆਂ ਅੱਖਾਂ ਤੋਂ ਜਿਹੜੀਆਂ ਬਾਹਰਲੀਆਂ ਅੱਖਾਂ, ਇਸ ਤੋਂ ਬਿਨਾਂ ਹੀ ਦਿਸਦਾ ਹੈ। ਬਿਨ ਕੰਨਾਂ ਸੁਣਨਾ, ਇਹਨਾਂ ਕੰਨਾਂ ਤੋਂ ਬਿਨਾਂ ਹੀ ਸੁਣਨਾ ਸ਼ੁਰੂ ਹੋ ਜਾਂਦਾ। ਪੈਰਾਂ ਵਾਜੋ ਚੱਲਣਾ, ਸੋ ਉਹਨਾਂ ਦਾ ਸਰੀਰ ਉੱਥੇ ਹੀ ਸੀ, ਚੱਲ ਕੇ ਕਿਤੇ ਵੀ ਚਲ ਗਏ। ਬਹੁਤ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ, ਬੜੇ ਗੁਰਸਿੱਖ ਇਸ ਅਵਸਥਾ ਦੇ ਮਾਲਕ ਨੇ। ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਵੀ ਕਾਰਜ ਕਰੇ ਜਾਂਦੇ ਨੇ, ਸਵਾਰੇ ਜਾਂਦੇ ਨੇ। ਜੀਭੇ ਵਾਜੋ ਬੋਲਣਾ, ਇਉਂ ਜੀਵਤ ਮਰਨ, ਬਿਨਾਂ ਜੀਭ ਤੋਂ ਹੀ ਬੋਲਦੇ ਨੇ, ਆਪਣੇ ਮਨ ਦੇ ਭਾਵ ਕਿਸੇ ਤੱਕ ਪਹੁੰਚਾ ਦਿੰਦੇ ਨੇ, ਕਿਤੇ ਉੱਥੇ ਤੱਕ ਬੋਲ ਵੀ ਆਉਂਦੇ ਨੇ ਬਿਨਾਂ ਜੀਭ ਤੋਂ। ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਰਨ। ਸੋ ਇਹ ਅਵਸਥਾ ਤੋਂ ਬਾਅਦ ਫਿਰ ਉਹਦੇ ਹੁਕਮ ਨੂੰ ਪਛਾਣ ਕੇ ਤਾਂ ਖਸਮ ਵਿੱਚ ਹੀ ਉਹ ਜਿਹੜੇ ਨਾ ਸਮਾ ਜਾਂਦੇ ਨੇ। ਉਹ ਅਗਲੀ ਅਵਸਥਾ ਜਦੋਂ ਖਸਮ ਸਮਾਣਾ ਹੈ, ਪਰ ਇਹ ਅਵਸਥਾ ਦਾ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ। ਸੋ ਇਹ ਹੋ ਗਿਆ ਇੰਦਰੀਆਂ ਤੋਂ ਪਾਰ ਵਾਲੀ ਇਹ ਜਿਹੜੀ ਅਵਸਥਾ ਆ ਜਾਂਦੀ ਹੈ। ਹੁਣ ਅਸੀਂ ਪੰਜਵੇਂ ਸਰੀਰ ਦੀ ਸੰਗਤ ਜੀ ਗੱਲ ਕਰੀਏ। ਪੰਜਵਾਂ ਜਿਹੜਾ ਹੈਗਾ ਆ, ਉਹ ਇੱਥੇ ਉਹਦਾ ਕਨੈਕਸ਼ਨ ਆ ਸਾਡੇ ਥਰੋਟ ਦੇ ਨਾਲ। ਇਹ ਜਿਹੜਾ ਸਰੀਰ ਹੈ, ਸਪਿਰਿਚੁਅਲ ਬੋਡੀ, ਇਹ ਇੱਥੇ ਆਤਮਾ ਦੇ ਨਾਲ ਕਨੈਕਸ਼ਨ ਜਿਹੜਾ ਜੁੜਨ ਲੱਗ ਜਾਂਦਾ। ਹਾਲੇ ਤੱਕ ਅਸੀਂ ਆਪਣੇ ਆਤਮ ਰੂਪ ਵਿੱਚ ਨਹੀਂ ਸੀ ਆਏ। ਇਸ ਅਵਸਥਾ 'ਚ ਜਿਹੜਾ ਪਹੁੰਚ ਗਿਆ ਉਹ ਵਿਸ਼ੁੱਧ ਚੱਕਰ, ਸੋ ਆਤਮ ਰੂਪ ਵਿੱਚ ਆ ਜਾਂਦਾ। ਇੱਥੇ ਮੇਲ ਤੇ ਫੀਮੇਲ ਦੀ ਖੇਡ ਖਤਮ ਹੋ ਜਾਂਦੀ ਹੈ, ਕਿਉਂਕਿ ਆਤਮਾ ਨਾ ਮੇਲ ਆ ਨਾ ਫੀਮੇਲ ਆ। ਇਹ ਭਾਵ ਤੋਂ ਪਾਰ ਹੋ ਜਾਂਦੀ ਅਵਸਥਾ, ਬਹੁਤ ਉੱਚੀ ਅਵਸਥਾ ਹੈ ਸੰਗਤ ਜੀ। ਇਹ ਕੀ ਰਿਪਰੈਜ਼ੈਂਟ ਕਰਦੇ ਨੇ? ਇਹ ਹੈਗਾ ਆ ਵੈਸੇ ਆਪਣਾ ਬੋਡੀ ਨਾਲ ਅਗਰ ਲੈ ਲਈਏ ਤਾਂ ਇਹ ਜਿਹੜਾ ਸਾਡਾ ਇੱਥੇ ਚੱਕਰ ਆ, ਇੱਥੇ ਸਾਡਾ ਐਨਰਜੀ ਪੁਆਇੰਟ ਆ, ਤੇ ਸਾਡੇ ਬੋਲਣ ਦੀ ਕਲਾ ਇੱਥੋਂ ਹੀ ਆ, ਸਾਡੇ ਵਿਸ਼ੁੱਧ ਚੱਕਰ ਤੋਂ। ਤਾਂ
और अगर इम्बैलेंस है फिर अंदर शाइनेस होगी, एरोगेंस और एंगजाइटी ਉਹਦੇ ਅੰਦਰ ਬਹੁਤ ਜ਼ਿਆਦਾ ਹੋਵੇਗੀ। ਬੋਡੀ ਪਾਰਟਸ ਥਰੋਟ ਥਾਇਰੋਇਡ ਦੇ ਨਾਲ ਇਹਦਾ ਕਨੈਕਸ਼ਨ ਆ, ਮੂੰਹ ਦੇ ਨਾਲ, ਪੈਰਾਥਾਈਡ ਨਾਲ, ਦੰਦ ਨਾਲ, ਜੀਭ ਦੇ ਨਾਲ ਇਹਦਾ ਕਨੈਕਸ਼ਨ ਹੈਗਾ ਆ। ਸਰੀਰ ਨੂੰ ਬਿਮਾਰੀਆਂ ਕਿਹੜੀਆਂ ਲੱਗ ਜਾਂਦੀਆਂ ਨੇ? ਗਲੇ ਦੇ ਨਾਲ ਰਿਲੇਟਡ ਬਿਮਾਰੀਆਂ ਲੱਗ ਜਾਂਦੀਆਂ ਨੇ ਅਗਰ ਇਹ ਇੰਬੈਲੈਂਸ ਆ। ਥਾਇਰੋਇਡ ਦੀ ਸਮੱਸਿਆ ਹੋ ਜਾਂਦੀ ਹੈ, ਤੋ ਜੀਭ ਦੇ ਨਾਲ ਰਿਲੇਟਡ ਬਿਮਾਰੀਆਂ ਲੱਗਦੀਆਂ ਨੇ, ਦੰਦਾਂ ਦੇ ਨਾਲ ਰਿਲੇਟਡ ਆਵਾਜ਼ ਦੀ ਵੀ ਸਮੱਸਿਆ ਰਹਿੰਦੀ ਆ ਇਹਦੇ ਨਾਲ। ਸੋ ਮੈਂਟਲ, ਇਹ ਤਾਂ ਹੋ ਗਿਆ ਬੋਡੀ ਦੀ ਅਸੀਂ ਗੱਲ ਕੀਤੀ। ਮੈਂਟਲ ਲੈਵਲ ਤੇ ਕਿਹੜੀਆਂ ਬਿਮਾਰੀਆਂ ਆ ਜਾਂਦੀਆਂ ਨੇ? ਆਪਣੇ ਆਪ ਨੂੰ ਠੀਕ ਤਰ੍ਹਾਂ ਐਕਸਪ੍ਰੈਸ ਨਹੀਂ ਕਰ ਪਾਉਂਦੇ। ਅੰਦਰ ਪਤਾ ਆ, ਕਹਿਣਾ ਚਾਹੁੰਦੇ ਨੇ, ਲੇਕਿਨ ਉਹ ਬੋਲਿਆ ਹੀ ਨਹੀਂ ਜਾਂਦਾ, ਕਿਉਂਕਿ ਇੱਥੇ ਇੰਬੈਲੈਂਸ ਹੋਏ ਆ ਸਿਸਟਮ, ਇਸ ਕਾਰਨ ਤੇ ਦੁਖੀ ਫੀਲ ਕਰਦੇ ਨੇ, ਅੰਦਰੋਂ ਆਪਣੇ ਆਪ ਪੇਨ ਵਿੱਚ ਰਹਿੰਦੇ ਨੇ। ਪੇਨ ਬੋਡੀ ਦੀ ਪੇਨ ਨਹੀਂ, ਦੁੱਖ ਵਾਲੀ ਪੇਨ, ਦੁਖੀ ਫੀਲ ਕਰਦੇ ਨੇ ਆਪਣੇ ਆਪ ਨੂੰ। ਕ੍ਰਿਟਿਸਿਜ਼ਮ ਦੀ ਉਹਨਾਂ ਦੀ ਆਦਤ ਹੁੰਦੀ ਹੈ ਔਰ ਹਮੇਸ਼ਾ ਹੀ ਨੈਗੇਟਿਵ ਹੀ ਸੋਚਣਾ ਹਰ ਗੱਲ ਦੇ ਵਿੱਚ ਉਹਨਾਂ ਨੂੰ। ਡਿਸੀਜ਼ਨ ਲੈਣ ਦੀ ਵੀ ਕਮੀ ਹੁੰਦੀ, ਲੋਨਲੀ ਫੀਲ ਕਰਦੇ ਨੇ, ਲੈਕ ਆਫ ਕੌਨਫੀਡੈਂਸ ਆ। ਸੋ ਇਹਦਾ ਸੋਲਿਊਸ਼ਨ ਕੀ ਹੈ? ਜਿੱਦਾਂ ਚੌਥੇ ਚੱਕਰ ਦਾ ਅਸੀਂ ਸੋਲਿਊਸ਼ਨ ਕਿਹਾ ਸੀਗਾ ਬੋਡੀ ਦਾ, ਵੀ ਪਰਮਾਤਮਾ ਨੂੰ ਫਿਰ ਪ੍ਰੇਮ ਕਰ ਕਰਕੇ, ਜਿਵੇਂ ਬਾਣੀ ਵਿੱਚ, ਕੀਰਤਨ ਵਿੱਚ ਕਿੰਨਾ ਆ, ਉਹ ਭਾਵ ਦੇ ਵਿੱਚ ਜਾ ਜਾ ਕੇ ਫਿਰ ਬਾਕੀਆਂ ਨਾਲ ਵੀ ਪ੍ਰੇਮ ਹੋਣ ਲੱਗ ਜਾਏਗਾ ਜਦੋਂ ਅੰਦਰੋਂ ਇਹ ਖੁੱਲਣ ਲੱਗ ਗਿਆ ਸਾਡਾ ਸਿਸਟਮ। ਤੋ ਇਹਦਾ ਜਿਹੜਾ ਪੰਜਵਾਂ ਸਾਡੀ ਬੋਡੀ ਹੈ, ਇਹ ਕਿਵੇਂ ਸਿਸਟਮ ਸਾਡਾ ਠੀਕ ਆ ਜਾਵੇ? ਥੈਂਕਸ ਕਰਕੇ, ਗ੍ਰੈਟੀਟਿਊਡ ਵਿੱਚ ਰਹਿ ਕੇ, ਸ਼ੁਕਰਾਨੇ ਦੇ ਭਾਵ ਵਿੱਚ ਰਹਿ ਰਹਿ ਕੇ। ਜਿੰਨਾ ਜਿੰਨਾ ਸ਼ੁਕਰ ਕਰੀ ਜਾਵਾਂਗੇ ਉਨਾ ਇਹ ਸਾਡਾ ਜਿਹੜਾ ਆ, ਸਾਡੀ ਸਪਿਰਿਚੁਅਲ ਬੋਡੀ ਜਿਹੜੀ ਹੈ ਇਹ ਖੁੱਲੀ ਜਾਵੇ, ਕਿਉਂਕਿ ਉਹਦੇ ਵਿੱਚ ਸਾਡਾ ਉਹ ਮੈਂ ਭਾਵ ਵੀ ਖਤਮ ਹੋਈ ਜਾਣਾ ਨਾ। ਜਿੰਨਾ ਜਿੰਨਾ ਅਸੀਂ ਸ਼ੁਕਰਾਨਾ ਕਰਦੇ ਵੀ ਤੂੰ ਹੀ ਦੇਣ ਵਾਲਾ ਪਰਮਾਤਮਾ, ਸਾਹਮਣੇ ਵਾਲੇ ਦਾ ਵੀ ਸ਼ੁਕਰਾਨਾ ਕਰੀ ਜਾਣਾ, ਪ੍ਰਕਿਰਤੀ ਦਾ ਸ਼ੁਕਰਾਨਾ ਕਰੀ ਜਾਣਾ। ਥੋੜਾ ਪ੍ਰਕਿਰਤੀ ਦਾ ਸ਼ੁਕਰਾਨਾ ਕਰੀਏ। ਜ਼ਮੀਨ ਤੇ ਬੈਠੇ ਅਸੀਂ ਬਣਾਈ ਨਹੀਂ, ਹਵਾ ਇੰਨੀ ਸਾਡੇ ਪ੍ਰਵਾਹ ਵਹਿ ਰਿਹਾ, ਅਸੀਂ ਤਾਂ ਬਣਾਈ ਹੀ ਨਹੀਂ, ਅਸੀਂ ਤਾਂ ਉਲਟਾ ਗੰਦਾ ਕਰ ਰਹੇ ਹਾਂ। ਪਾਣੀ ਬੇਸ਼ੁਮਾਰ ਸਾਡੇ ਲਈ ਪਰਮਾਤਮਾ ਨੇ ਬਣਾਇਆ, ਅਸੀਂ ਤਾਂ ਸਾਡਾ ਤਾਂ ਕੋਈ ਯੋਗਦਾਨ ਹੀ ਨਹੀਂ ਹੈ, ਅਸੀਂ ਤਾਂ ਉਹਦਾ ਵੀ ਮਿਸਯੂਜ਼ ਕਰ ਰਹੇ ਹਾਂ। ਆਕਾਸ਼ ਮੰਡਲ ਇੰਨਾ ਕੁਝ ਸਾਡੇ ਲਈ ਪਰਮਾਤਮਾ ਨੇ ਬਣਾਇਆ। ਸ਼ੁਕਰਾਨਾ ਤਾਂ ਅਸੀਂ ਕਰੀਏ। ਕਾਊਂਟਲੈਸ ਨੇ ਸਾਡੇ ਕੋਲ ਬਲੈਸਿੰਗਸ, ਅਸੀਂ ਮਤਲਬ ਜਿੱਦਾਂ ਕਹਿ ਲੈ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨੇ ਸ਼ੁਕਰਾਨੇ ਦੇ ਭਾਵ ਵਿੱਚ ਆਈ ਜਾਈਏ ਤਾਂ ਪੰਜਵਾਂ ਸਰੀਰ ਜਿਹੜਾ ਸਾਡਾ ਆ, ਇਹ ਸਾਡਾ ਬੈਲੈਂਸ ਦੇ ਵਿੱਚ ਆ ਜਾਏਗਾ। ਮਤਲਬ ਉਸ ਸਰੀਰ ਤੱਕ ਸਾਡਾ ਕਨੈਕਸ਼ਨ ਅਸੀਂ ਉਹਨੂੰ ਫੀਲ ਕਰ ਪਾਵਾਂਗੇ, ਉਹ ਸਾਡੀ ਬੋਡੀ ਵੀ ਹੈ। ਸੋ ਇਹ ਇੱਥੇ ਸੰਗਤ ਜੀ ਕਿਹੋ ਜਿਹੀ ਅਵਸਥਾ ਹੋ ਜਾਂਦੀ? ਇਹ ਜਾਗਰਤ ਅਵਸਥਾ, ਜਿਹਨੂੰ ਗੁਰਬਾਣੀ ਵਿੱਚ ਕਿਹਾ ਜਾਗ ਸਲੂਨੜੀਏ ਮੋਲੇ ਗੁਰਬਾਣੀ ਰਾਮ। ਇੱਥੇ ਪ੍ਰੈਜ਼ੈਂਟ ਵਿੱਚ, ਪੂਰੀ ਅਵੇਅਰਨੈਸ ਵਿੱਚ, ਨਾ ਪਾਸਟ ਵਿੱਚ ਨਾ ਫਿਊਚਰ ਵਿੱਚ, ਪ੍ਰੈਜ਼ੈਂਟ ਵਿੱਚ, ਵਰਤਮਾਨ ਵਿੱਚ। ਅਸੀਂ ਤਾਂ ਜ਼ਿਆਦਾ ਪਾਸਟ ਵਿੱਚ ਰਵਾਂਗੇ ਜਾਂ ਫਿਊਚਰ ਦੀ ਚਿੰਤਾ ਵਿੱਚ ਰਹਿੰਦੇ ਹਾਂ, ਲੇਕਿਨ ਇਹ ਅਵਸਥਾ ਜਾਗਰਤ, ਇਹ ਸੁੱਤਿਆ ਵੀ ਜਾਗਦਾ ਬੰਦਾ। ਅਸੀਂ ਤਾਂ ਜਾਗਦੇ ਵੀ ਸੁੱਤੇ ਪਏ ਹਾਂ, ਸੁੱਤਿਆ ਵੀ ਜਾਗਦਾ। ਸਾਡਾ ਮਨ ਸੋਇਆ, ਮਾਇਆ ਵਿਸਮਾਦ, ਮਨ ਸਾਡਾ ਸੁੱਤਾ ਪਿਆ, ਲੇਕਿਨ ਇੱਥੇ ਮਨ ਜਾਗ ਗਿਆ। ਉਹ ਪਾਸਾ ਵੀ ਲੈਂਦਾ ਤਾਂ ਉਹਨੂੰ ਪਤਾ, ਉਹ ਇਹਦਾ ਇੱਕ ਇੱਕ ਸਰੀਰ ਦਾ ਅੰਗ ਵੀ ਹਿਲਦਾ ਉਹਨੂੰ ਪਤਾ, ਉਹਦੀ ਅੰਦਰ ਸੋਚ ਦੀ ਹਲਚਲ ਵੀ ਉਹਨੂੰ ਪਤਾ, ਪੂਰੀ ਅਵੇਅਰਨੈਸ, ਉਹ ਅਲੱਗ ਹੈ ਬੋਡੀ ਦੀਆਂ ਹਰਕਤਾਂ ਤੋਂ, ਮਨ ਦੀ ਸੋਚ ਤੋਂ ਅਲੱਗ ਆ। ਸਾਖੀ ਭਾਵ ਜਿਹਨੂੰ ਕਹਿੰਦੇ ਨੇ, ਦ੍ਰਿਸ਼ਟਾ ਬਣ ਜਾਂਦਾ, ਉਹ ਦੇਖਣ ਵਾਲਾ ਹੋ ਜਾਂਦਾ। ਏਡੀ ਉੱਚੀ ਅਵਸਥਾ ਹੈ, ਮਤਲਬ ਉਹ ਜੁੜਿਆ ਨਹੀਂ ਹੁਣ ਨਾ ਸਰੀਰ ਦੇ ਨਾਲ, ਨਾ ਆਪਣੇ ਵਿਚਾਰਾਂ ਦੇ ਨਾਲ, ਉਹਨਾਂ ਨੂੰ ਅਲੱਗ ਹੋ ਕੇ ਦੇਖ ਰਿਹਾ। ਇਹ ਆ ਰਹੇ ਨੇ ਤੇ ਜਾ ਰਹੇ ਨੇ, ਬਹੁਤ ਜ਼ਿਆਦਾ ਵੀ ਨਹੀਂ ਆਉਂਦੇ ਹੁੰਦੇ ਉਹਨਾਂ ਦੇ ਕੋਲ, ਸਾਡੇ ਤਾਂ ਚੇਨ ਚੱਲੀ ਜਾਂਦੀ ਹੈ ਨਾ। ਸੋ ਇਹ ਉਹ ਅਵਸਥਾ ਆ ਜਾਂਦੀ ਸੰਗਤ ਨੂੰ। ਇੱਥੇ ਆਨੰਦ, ਆਨੰਦ ਦੀ ਅਵਸਥਾ ਹੈ, ਪਰ ਇੱਥੇ ਹਾਲੇ ਰੁਕਣਾ ਨਹੀਂ। ਅਸੀਂ ਤਾਂ ਇੱਥੇ ਪਹੁੰਚੇ ਨਹੀਂ ਨਾ, ਮੈਂ ਪਹੁੰਚੀ, ਪਰ ਆਪਾਂ ਜ਼ਿਕਰ ਕਰ ਰਹੇ ਹਾਂ। ਸੋ ਜਿਹੜੇ ਮਹਾਂਪੁਰਖਾਂ ਨੇ, ਜਿਨ੍ਹਾਂ ਨੇ ਇਹ ਅਵਸਥਾਵਾਂ ਤੇ ਪਹੁੰਚੇ ਨੇ, ਉਹ ਕਹਿੰਦੇ ਇੱਥੇ ਰੁਕਣਾ ਨਹੀਂ, ਆਨੰਦ ਤੇ ਆ ਕੇ। ਔਰ ਬਹੁਤ ਸਾਰੇ ਕਿੰਨੇ ਸਾਲ ਇਸ ਅਵਸਥਾ 'ਚ ਰੁਕੇ ਜਾ ਜਾਂਦੇ ਨੇ, ਕਿੰਨੇ ਜਨਮ ਰੁਕਣਾ, ਕਿਉਂਕਿ ਇਸੇ ਆਨੰਦ ਨੂੰ ਪੁੰਜਦੇ ਨੇ। ਸੱਚ ਤੱਕ ਨਹੀਂ ਹਾਲੇ ਪਹੁੰਚੇ, ਹਾਲੇ ਸੱਚ ਤੱਕ ਪਹੁੰਚਣਾ ਹੈ। ਬਹੁਤ ਸਾਰੇ ਇੱਥੇ ਮਹਾਂਪੁਰਖ ਰੁਕ ਜਾਂਦੇ ਨੇ ਇਸੇ ਆਨੰਦ ਵਿੱਚੋਂ, ਬਾਹਰ ਨਿਕਲਣ ਨੂੰ ਮਨ ਹੀ ਨਹੀਂ ਕਰਦਾ। ਨਾ ਇੱਥੇ ਕੋਈ ਦੁੱਖ ਆ, ਨਾ ਕੋਈ ਸੰਤਾਪ ਆ, ਨਾ ਕੋਈ ਰੋਗ ਆ, ਨਾ ਕੋਈ ਕਸ਼ਟ ਆ, ਨਾ ਕੋਈ ਮਾਨ ਅਪਮਾਨ ਦੀ ਚਿੰਤਾ, ਉਹ ਤੋਂ ਪਾਰ ਹੋ ਗਈ ਅਵਸਥਾ। ਨਾ ਕੋਈ ਮੋਹ ਸਤਾਉਂਦਾ, ਨਾ ਕੋਈ ਵਿਕਾਰ ਸਤਾਉਂਦਾ,
ਲੇਕਿਨ ਹਾਲੇ ਆਨੰਦ ਵਿੱਚ ਤਾਂ ਨੇ, ਲੇਕਿਨ ਹਾਲੇ ਸੱਚ ਦਾ ਤੱਕ ਨਹੀਂ ਪਹੁੰਚ ਪਾਏ। ਸੋ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਦਰਖਤ ਨੂੰ ਫਲ ਲੱਗ ਗਿਆ, ਫਲ ਦਾ ਰਸ ਤਾਂ ਲੈ ਰਿਹਾ, ਲੇਕਿਨ ਉਹ ਫਲ ਨੂੰ ਆਪਣੀ ਹਾਲੇ ਰੂਟ ਦਾ ਨਹੀਂ ਪਤਾ ਵੀ ਕਿਹੜੀ ਕਿੱਥੋਂ ਮੈਂ ਆਇਆ। ਇਹ ਰਸ ਦੇਣ ਵਾਲਾ ਕੌਣ ਆ? ਰਸ ਤਾਂ ਲੈ ਰਿਹਾ, ਲੇਕਿਨ ਉਹ ਜਿਹੜਾ ਰਸ ਦੇ ਰਿਹਾ, ਉਹ ਰਸ, ਉਹ ਜਿਹੜਾ ਸੱਚ ਆ, ਉੱਥੇ ਤੱਕ ਹਾਲੇ ਪਹੁੰਚਣਾ, ਅੱਗੇ ਯਾਤਰਾ ਅੱਗੇ ਚੱਲਣੀ। ਸੋ ਇੱਥੇ ਸਾਰੇ ਪਿਛਲੇ ਜਨਮ ਖੁੱਲ ਜਾਂਦੇ ਨੇ, ਹੁਣ ਸਾਰੀ ਆਪਣੀ ਜਰਨੀ ਪਤਾ ਲੱਗ ਜਾਂਦੀ। ਉੱਥੇ ਗਲਤੀਆਂ ਕੀਤੀਆਂ ਸੀ, ਉੱਥੇ ਭੁੱਲਾਂ ਕੀਤੀਆਂ ਸੀ, ਇੱਥੇ ਹੁਣ ਇਹ ਕਲੀਅਰ ਹੋ ਚੁੱਕਾ ਸਾਰਾ ਸਿਸਟਮ। ਇਹ ਬਹੁਤ ਉੱਚੀ ਅਵਸਥਾ ਸੰਗਤ ਜੀ, ਸੋਲ ਲੈਵਲ ਦੀ ਹੈ। ਹੁਣ ਅਗਲਾ ਆ ਜਾਵੇ 6ਵਾਂ ਸਾਡਾ, ਉਹ ਹੈਗਾ ਥਰਡ ਆਈ, ਇੱਥੇ ਦਾ, ਜਿਹਦੇ ਕਹਿੰਦੇ ਉਹਦਾ ਤੀਸਰਾ ਨੇਤਰ ਖੁੱਲ ਗਿਆ। ਸੋ ਤ੍ਰਿਨੇਤਰ ਕਹਿੰਦੇ ਨੇ, ਤੀਸਰਾ, ਦੋ ਤਾਂ ਹੈਗੇ ਨਹੀਂ, ਤੀਸਰਾ ਨੇਤਰ ਜਿਹੜਾ ਖੁੱਲ ਜਾਂਦਾ, ਇਹ ਕਾਸਮਿਕ ਬਾਡੀ ਇਹਨੂੰ ਕਿਹਾ ਜਾਂਦਾ। ਸੋ ਆਗਿਆ ਚੱਕਰ ਇਹ ਰਿਪਰੈਜ਼ੈਂਟ ਕੀ ਕਰਦਾ? ਇੰਟਿਊਸ਼ਨ। ਸੋ ਬਸ ਸਭ ਕੁਝ ਖੁੱਲ ਜਾਂਦਾ ਇਹਦੇ ਅੱਗੇ, ਸਾਰੇ ਭੇਦ ਖੁੱਲ ਜਾਂਦੇ ਨੇ। ਤੋ ਇਹ ਜਿਹੜਾ ਇੰਬੈਲੈਂਸ ਆ, ਤਾਂ ਫਿਰ ਕੀ ਹੁੰਦਾ ਆ ਵੀ ਲੈਕ ਆਫ ਡਾਇਰੈਕਸ਼ਨ। ਸਾਧਨਾ ਤਾਂ ਕਰ ਰਿਹਾ, ਪਰ ਹਾਲੇ ਸਹੀ ਡਾਇਰੈਕਸ਼ਨ ਵਿੱਚ ਨਹੀਂ, ਉਲਝ ਜਾਂਦਾ। ਸ਼ਕਤੀਆਂ ਆ ਗਈਆਂ, ਪਾਵਰਸ ਆ ਗਈਆਂ, ਦੱਸਣ ਪੁੱਛਣ ਵਿੱਚ ਹਾਲੇ ਉੱਥੇ ਵੀ ਉਲਝਿਆ ਜਾ ਸਕਦਾ, ਸੂਖਸ਼ਮ ਰੂਪ ਵਿੱਚ ਥੋੜਾ ਥੋੜਾ। ਤਾਂ ਪਰ ਇਹ ਜਿਹੜਾ ਅਗਰ ਇਹ ਇੰਬੈਲੈਂਸ ਹੈ, ਅਗਰ ਬੈਲੈਂਸ ਹੈ, ਫਿਰ ਤਾਂ ਕੋਈ ਖਤਰਾ ਨਹੀਂ, ਫਿਰ ਤਾਂ ਠੀਕ ਚੱਲ ਰਿਹਾ, ਫਿਰ ਤਾਂ ਉਹਨੇ ਅੱਗੇ ਜਾਣਾ ਹੀ ਜਾਣਾ, ਸੱਚ ਤੱਕ ਪਹੁੰਚਣਾ ਹੀ। ਬਿਮਾਰੀਆਂ ਜਿਹੜੀਆਂ ਦਿਮਾਗੀ ਬਿਮਾਰੀਆਂ ਲੱਗ ਜਾਂਦੀਆਂ ਨੇ ਅਗਰ ਇੰਬੈਲੈਂਸ ਆ, ENT ਦੀਆਂ ਵੀ, ਸੋ ਨਿਊਰੋਲੋਜੀਕਲ ਜਿਹੜੀਆਂ ਬਿਮਾਰੀਆਂ, ਨਿਊਰੋਨਸ ਦੀਆਂ, ਉਹ ਵੀ ਬਿਮਾਰੀਆਂ ਇਹਦੇ ਨਾਲ ਹੀ ਲੱਗਦੀਆਂ ਨੇ ਅਗਰ ਇਹ ਇੰਬੈਲੈਂਸ ਆ। ਸਾਡੇ ਸਾਰਿਆਂ ਦੇ ਸੰਗਤ ਜੀ, ਸਾਰੇ એનર્ਜੀ ਪੁਆਇੰਟਸ ਜਿਹੜੇ ਨੇ ਇੰਬੈਲੈਂਸ ਨੇ। ਕਿਸੇ ਦੇ ਬਹੁਤ ਜ਼ਿਆਦਾ ਇੰਬੈਲੈਂਸ ਨੇ, ਉਹਨਾਂ ਨੂੰ ਇਹ ਬਿਮਾਰੀਆਂ ਲੱਗਦੀਆਂ ਨੇ। ਜਿਨ੍ਹਾਂ ਦੇ ਥੋੜੇ ਠੀਕ ਚੱਲ ਰਹੇ ਨੇ, ਥੋੜੇ ਇੰਬੈਲੈਂਸ ਨੇ, ਉਹ ਠੀਕ ਚੱਲੀ ਜਾ ਰਹੇ ਨੇ, ਹੋਰ ਸਾਧਨਾ ਕਰਕੇ ਆਪਣੇ ਆਪ ਨੂੰ ਇੱਥੇ ਹੋਰ ਸੁਧਾਰਿਆ ਜਾਵੇ। ਸੋ ਇਹ ਜਿਹੜਾ ਇੱਥੇ ਹੁਣ ਅਹਮ ਬ੍ਰਹਮਸਮੀ, ਹਾਲੇ ਪਿਛਲੇ ਬਾਡੀ ਤੱਕ ਤਾਂ ਆਤਮ ਰੂਪ ਨੂੰ ਜਾਣਿਆ ਸੀ, ਹੁਣ ਬ੍ਰਹਮ ਰੂਪ ਨੂੰ ਵੀ ਜਾਣ ਲਿਆ, ਆਪਣਾ ਹੀ ਜਿਹੜਾ ਬ੍ਰਹਮ ਰੂਪ ਆ। ਅੱਗੇ ਸਿਰਫ ਆਪਣੀ ਆਤਮਾ ਨੂੰ ਜਾਣਿਆ ਸੀ ਪਿਛਲੇ ਬਾਡੀ ਦੇ ਵਿੱਚ, ਇਸ ਸਰੀਰ ਵਿੱਚ ਵੀ ਮੈਂ ਹੀ ਬ੍ਰਹਮ ਆ, ਇੱਥੇ ਤੱਕ ਪਹੁੰਚ ਗਈ ਅਵਸਥਾ। ਪਰ ਹਾਲੇ ਵੀ ਸੱਚ ਤੱਕ ਨਹੀਂ, ਬ੍ਰਹਮ ਤੱਕ ਤਾਂ ਪਹੁੰਚ ਗਿਆ, ਮੈਂ ਹੀ ਬ੍ਰਹਮ ਹਾਂ। ਇਹ ਮੈਂ ਵਾਲਾ ਜਿਹੜਾ, ਇਹ ਹੰਕਾਰ ਵਾਲਾ ਨਹੀਂ ਆ ਮੈਂ, ਇਹ ਬ੍ਰਹਮ ਰੂਪ ਨੂੰ ਦੇਖ ਰਿਹਾ, ਪਰ ਹਾਲੇ ਉਸ ਤੋਂ ਵੀ ਅੱਗੇ ਜਾਣਾ ਆ ਇੱਥੇ, ਕਿਉਂਕਿ ਉਹ ਤਾਂ ਜਾਣ ਲਿਆ ਜੋ ਹੈ, ਉਹ ਨਹੀਂ ਜਾਣਿਆ ਜੋ ਨਹੀਂ ਹੈ। ਰੋਸ਼ਨੀ ਜਾਣ ਲਈ, ਹਨੇਰੇ ਨੂੰ ਨਹੀਂ ਜਾਣਿਆ ਹਾਲੇ। ਜਿਵੇਂ ਲਾਈਟ ਜਗੀ, ਉਹ ਤਾਂ ਜਾਣ ਲਈ, ਇਹ ਜਦੋਂ ਬੁਝਦੀ ਆ ਫਿਰ ਕੀ ਹੈ, ਉਹਨੂੰ ਨਹੀਂ ਜਾਣਿਆ ਹਾਲੇ। ਉਹ ਸੱਚ ਦਾ ਜਿਹੜਾ ਅਸਲੀ ਖੇਡ ਆ, ਜੋ ਸੱਚ ਹੈ, ਜਿਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਜਿਹਨੂੰ ਬਸ ਉਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਉੱਥੇ ਤੱਕ ਪਹੁੰਚਣ ਲਈ ਫਿਰ ਜਿਹੜਾ ਉਹ ਸੱਤਵਾਂ ਜਿਹੜਾ ਮਾਂ ਬਾਡੀ ਆ ਜਾਂਦੀ ਹੈ, ਉਹ ਕਰਾਊਨ ਚੱਕਰਾ, ਟੌਪ ਆਫ ਦਾ ਹੈਡ, ਇੱਥੇ ਉੱਥੇ ਤੱਕ ਫਿਰ ਜਿਹੜਾ ਉਹ ਉੱਥੇ ਸਾਰੇ ਭੇਦ ਜੋ ਹੈ ਉਹ ਵੀ, ਜੋ ਨਹੀਂ ਹੈ ਉਹ ਵੀ। ਸੋ ਉਹ ਕਿਹੜੀ ਅਵਸਥਾ ਹੋਏਗੀ, ਇਹ ਤਾਂ ਜਿਨ੍ਹਾਂ ਨੇ ਮਾਣਿਆ ਉਹੀ ਦੱਸ ਸਕਦੇ ਨੇ। ਹੈ ਜੋ ਨਜ਼ਰ ਆ ਰਿਹਾ ਔਰ ਜੋ ਅਦ੍ਰਿਸ਼ਯ, ਇੱਕ ਤਾਂ ਪਰਮਾਤਮਾ ਨੇ ਪਸਾਰਾ ਆਪਣਾ ਬਣਾਇਆ, ਪਸਾਰੇ ਤੋਂ ਬਿਨਾਂ, ਜਿਹੜਾ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆ, ਗੁਰੂ ਅਰਜਨ ਦੇਵ ਜੀ ਨੇ ਬੜਾ ਇਹਦਾ ਖੁੱਲ੍ਹ ਕੇ ਜ਼ਿਕਰ ਕੀਤਾ ਸੰਗਤ ਜੀ, ਇਹ ਸਾਰੇ ਇਸ ਭੇਦ ਦਾ। ਔਰ ਜੋ ਜਾਪ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹਦੇ ਵਿੱਚ ਸਾਰੇ ਭੇਦ ਨੇ। ਜਿੱਥੇ ਕਾਲ ਦਾ ਵੀ ਦੱਸ ਦਿੱਤਾ, ਅਕਾਲ ਦੀ ਵੀ ਗੱਲ ਕਰ ਦਿੱਤੀ, ਸਾਰੇ ਜਾਪ ਸਾਹਿਬ ਸਾਰਾ ਇਹਦਾ ਬਿਆਨ ਕਰ ਰਿਹਾ। ਸੋ ਗੁਰੂ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਇਸ ਅਵਸਥਾ ਤੱਕ ਲੈ ਕੇ ਜਾਣਾ ਚਾਹੁੰਦੇ। ਦੋਨੋਂ ਪਹਿਲੂ ਸਾਨੂੰ ਉੱਥੇ ਮਹਾਰਾਜ ਨੇ ਜਿਹੜੇ ਨੇ ਬਿਆਨ ਕੀਤਾ। ਤਾਂ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮਨ ਬਚ ਕਰਮ ਕਰਕੇ ਗੁਰੂ ਦੇ ਬਚਨਾਂ ਨੂੰ ਅਸੀਂ ਕਮਾਉਂਦੇ ਹਾਂ, ਉਹ ਹੁੰਦਾ ਸੇਵਣਾ ਗੁਰੂ ਨੂੰ, ਚੱਲ ਰਹੇ ਹਾਂ ਸੰਗਤ ਵਿੱਚ, ਫਿਰ ਭੁੱਲਾਂ ਹੋਈ ਜਾਣੀਆਂ, ਗਲਤੀਆਂ ਹੋਈ ਜਾਣੀਆਂ, ਫਿਰ ਅਸੀਂ ਸੁਧਾਰੀ ਜਾਣਾ ਆਪਣੇ ਆਪ ਨੂੰ। ਜਿਵੇਂ ਇੱਕ ਸਟੂਡੈਂਟ ਸਕੂਲ ਵਿੱਚ ਪੜ੍ਹਦਾ ਹੋਵੇ, ਥੋੜ੍ਹੀ ਵੀ ਉਹ ਸਾਰੇ ਸਵਾਲ ਪਹਿਲਾਂ ਹੀ ਠੀਕ ਕਰਨ ਲੱਗ ਜਾਂਦਾ, ਗਲਤੀਆਂ ਕਰ ਕਰਕੇ ਸਿੱਖਦਾ, ਅਗਲੀ ਕਲਾਸ ਜਾਂਦਾ, ਕਦੀ ਫੇਲ ਵੀ ਹੋ ਜਾਂਦਾ, ਦੁਬਾਰਾ ਵੀ ਟੈਸਟ ਦੇ ਕੇ ਫਿਰ ਕਲੀਅਰ ਕਰਦਾ, 2-2 3-3 ਸਾਲ ਵੀ ਇੱਕ ਕਲਾਸ ਚਲਾ ਸਕਦਾ, ਕਈ ਸਿੱਧੇ ਵੀ ਜਾ ਸਕਦੇ ਨੇ, ਪਰ ਸਟੈਪ ਬਾਏ ਸਟੈਪ, ਸਟੈਪ ਬਾਏ ਸਟੈਪ। ਸੋ ਸਿਮਰਨ, ਸਾਧਨਾ, ਬੰਦਗੀ,
ਔਰ ਜੋ ਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸੰਗਤ ਜੀ, ਉਹਨੂੰ ਅਸੀਂ ਆਪਣੇ ਉੱਤੇ ਪਹਿਰਾ ਦਈਏ। ਇਹ ਪਹਿਰਾ ਦੇਣਾ ਪੈਣਾ ਸਾਨੂੰ, ਤਾਂ ਹੀ ਅਸੀਂ ਅੰਤਰਮੁਖੀ ਹੋਵਾਂਗੇ, ਨਹੀਂ ਤਾਂ ਅਸੀਂ ਬਾਹਰਮੁਖੀ ਹਾਂ। ਮਰ ਜੰਮੇ ਵਾਰੋ ਵਾਰ ਵਾਲਾ ਸਾਡਾ ਸਿਸਟਮ ਚੱਲਿਆ ਰਹੇਗਾ। ਸੋ ਜਿਹੜਾ ਨਿਰਵਾਣ ਪਦ ਆ, ਜਿੱਥੇ ਮਹਾਮ੍ਰਿਤੂ ਹੈ, ਉਸ ਅਵਸਥਾ ਤੱਕ ਜਿੱਥੇ ਸੱਚ ਹੀ ਸੱਚ ਆ, ਜਿੱਥੇ ਬਸ ਫਿਰ ਉਹਦਾ ਰੂਪ ਵੀ ਕੀ ਕਹੋ, ਕੁਛ ਵੀ ਨਹੀਂ, ਬਸ ਫਿਰ ਜੋ ਹੈ ਸੋ ਹੈ, ਜੋ ਨਹੀਂ ਹੈ ਨਹੀਂ ਹੈ। ਉਹ ਜਿਹੜਾ ਉਸ ਰੂਪ ਵਿੱਚ ਪਹੁੰਚਣ ਲਈ, ਉਹ ਸੱਚ ਵਿੱਚ ਪਹੁੰਚਣ ਦੇ ਲਈ, ਕੂੜਿਆਰ ਤੋਂ ਸਚਿਆਰ ਬਣਨ ਦੇ ਲਈ, ਸੱਚ ਦੀ ਯਾਤਰਾ ਦੇ ਲਈ ਸਿਰਫ ਸਾਨੂੰ ਆਪਣੇ ਆਪ ਨੂੰ ਹੀ ਸੁਧਾਰਨਾ ਪੈਣਾ ਸੰਗਤ ਜੀ। ਸੋ ਅਸੀਂ ਪਹਿਲੇ ਤੋਂ ਲੈ ਕੇ ਸੱਤਾਂ ਵਿੱਚ ਲਈਏ, ਅਸੀਂ ਕੀ ਥੋੜਾ ਮੋਟਾ ਮੋਟਾ ਆਪਣੇ ਤੇ ਕੀ ਪਹਿਰਾ ਦੇਣਾ। ਪਹਿਲਾਂ ਜਿਹੜੀ ਸਾਡੀ ਬਾਡੀ ਹੈ, ਇਹ ਹੈਗੀ ਆ, ਮਤਲਬ ਇਹ ਜਾਣਾ ਅਸੀਂ ਫਿਕਰ, ਡਰ, ਕ੍ਰੋਧ ਇਹਦੇ ਵਿੱਚ ਹੁੰਦਾ। ਸੋ ਇਹਨਾਂ ਤੋਂ ਅਸੀਂ ਪਾਰ ਜਾਣਾ। ਕ੍ਰੋਧ ਤੋਂ ਅਸੀਂ ਆ ਜਾਣਾ ਖਿਮਾ ਵਿੱਚ। ਕ੍ਰੋਧ ਦੂਸਰੇ ਤੇ ਤਾਂ ਹੀ ਆਉਂਦਾ ਨਾ ਜਦੋਂ ਸਾਨੂੰ ਲੱਗਦਾ ਉਹ ਠੀਕ ਨਹੀਂ ਕਰ ਰਿਹਾ। ਸੋ ਉਹਨੂੰ ਖਿਮਾ ਕਰਨਾ। ਆਪਣੇ ਆਪ ਨੂੰ ਵੀ, ਆਪਣੇ ਤੇ ਵੀ ਗੁੱਸਾ ਆਉਂਦਾ ਹੁੰਦਾ, ਮੈਂ ਇੰਨੀ ਵਾਰ ਕਿਹਾ ਸੀ ਮੈਂ ਨਹੀਂ ਕ੍ਰੋਧ ਕਰਨਾ, ਮੈਂ ਕਰ ਲਿਆ। ਆਪਣੇ ਲਈ ਵੀ ਖਿਮਾ, ਦੂਸਰੇ ਦੇ ਲਈ ਵੀ। ਇੱਥੇ ਜਾਣਾ ਚਿੰਤਾ ਤੋਂ ਨਿਸ਼ਚਿੰਤ ਹੋਣ ਦੇ ਲਈ, ਪਾਰ ਬ੍ਰਹਮ ਪਰਮਾਤਮਾ ਦਾ, ਆਪਣੇ ਗੁਰੂ ਦਾ ਵਾਰ-ਵਾਰ ਸਹਾਰਾ ਲਈ ਜਾਣਾ। ਹੋਰ ਸਾਨੂੰ ਕੋਈ ਨਿਸ਼ਚਿੰਤ ਨਹੀਂ ਕਰ ਸਕਦਾ ਸੰਗਤ ਜੀ। ਇਹ ਭੁਲੇਖਾ ਆ। ਜਿਨ੍ਹਾਂ ਕੰਧਿਆਂ ਤੇ ਮਨ ਕੀਤਾ ਹੁੰਦਾ, ਕਿਹੜੇ ਵੇਲੇ ਧੋਖਾ ਦੇ ਸਕਦੇ ਨੇ। ਉਹ ਵੀ ਜੋ ਕਰਦਾ ਪਰਮਾਤਮਾ ਚੰਗੇ ਲਈ ਹੁੰਦਾ, ਸਾਡੇ ਲਈ ਲੈਸਨਸ ਹੁੰਦੇ ਨੇ ਵੀ ਕੱਚੇ ਕੰਧਿਆਂ ਦੇ ਜਿਹੜੇ ਸਹਾਰੇ ਨਾ ਲੱਭੋ, ਸੱਚੇ ਦਾ ਹੀ ਸਹਾਰਾ ਅਸੀਂ ਲੱਭੀਏ। ਤਾਂ ਦੂਸਰਾ ਜਿਹੜਾ ਕਾਮ ਤੋਂ ਰਾਮ ਵੱਲ ਨੂੰ ਜਾਣਾ। ਕਾਮਨਾਵਾਂ ਤੋਂ, ਇੱਕ ਤਾਂ ਸਰੀਰ ਦੀ ਕਾਮਨਾ, ਇੱਕ ਫਿਰ ਜਿਹੜੀ ਹੈ ਇੱਕ ਰਾਮ ਦੀ ਕਾਮਨਾ ਸਾਡੇ ਅੰਦਰ ਆ ਜਾਵੇ। ਸਾਰੀਆਂ ਭੁੱਖਾਂ ਫਿਰ ਉਤ ਭੁੱਖੇ ਖਾਏ ਚੱਲੀਏ ਦੁੱਖ, ਜਿੱਥੇ ਸਾਚੇ ਨਾਮ ਕੀ ਲਾਗੈ ਭੁੱਖ, ਸੱਚੇ ਨਾਮ ਦੀ ਭੁੱਖ ਲੱਗੀ ਜਾਊਗੀ, ਦੂਸਰੀਆਂ ਭੁੱਖਾਂ ਸਾਡੀਆਂ ਜਿਹੜੀਆਂ ਉਤਰਦੀਆਂ ਚੱਲੀਆਂ ਜਾਣਗੀਆਂ। ਤੋ ਤੀਸਰਾ ਜਿਹੜਾ ਸਰੀਰ ਦੇ ਲਈ ਸਾਡਾ ਇਹ ਤੀਸਰਾ ਸਰੀਰ 'ਚ ਅਸੀਂ ਪਿਛਲੀ ਵਾਰ ਉਦੋਂ ਜ਼ਿਕਰ ਕੀਤਾ ਸੀ ਵੀ ਇੱਥੇ ਵਿਚਾਰ ਜਿਹੜੇ ਨੇ, ਸ਼ੱਕੀ, ਸੰਦੇਹ ਹੁੰਦਾ। ਇਹ ਮਾੜੀ ਗੱਲ ਨਹੀਂ ਆ, ਸ਼ੱਕ ਕਰੀਏ, ਸੰਦੇਹ ਕਰੀਏ, ਲੇਕਿਨ ਉਹਦੀ ਫਿਰ ਖੋਜ ਕਰੀਏ, ਫਿਰ ਤਾਂ ਬੰਦਾ ਵਿਸ਼ਵਾਸ ਤੱਕ ਪਹੁੰਚਦਾ, ਫਿਰ ਤਾਂ ਸਾਡੀ ਵਿਵੇਕ ਬੁੱਧ ਜਾਗਰਤ ਹੁੰਦੀ ਹੈ। ਕੋਈ ਅੰਧ ਵਿਸ਼ਵਾਸ ਨਹੀਂ ਅੱਛਾ ਹੁੰਦਾ, ਸੱਚਾ ਵਿਸ਼ਵਾਸ ਚੰਗਾ ਹੁੰਦਾ। ਅੰਧ ਵਿਸ਼ਵਾਸ ਤਾਂ ਸਾਨੂੰ ਤਾਂ ਭਟਕਾ ਦੇਗਾ। ਸੋ ਸੰਦੇਹ ਪਹਿਲਾਂ ਹੋਏਗਾ, ਫਿਰ ਉਹਨੂੰ ਦੇਖਾਂਗੇ, ਪਰਖਾਂਗੇ, ਚੱਲਾਂਗੇ, ਫਿਰ ਪੂਰਨ ਵਿਸ਼ਵਾਸ ਵਿੱਚ ਪਹੁੰਚਾਂਗੇ, ਵਿਵੇਕ ਬੁੱਧ ਸਾਡੀ ਜਾਗਰਤ ਹੋਏਗੀ। ਚੌਥਾ ਜਿਹੜੀ ਸਰੀਰ, ਇਹ ਹੇਟਰਡ, ਜੈਲਸੀ ਤੋਂ ਅਸੀਂ ਜਾਣਾ ਅਨਕੰਡੀਸ਼ਨਲ ਲਵ ਵਿੱਚ। ਉਹੀ ਕਿਹਾ ਸੀ ਵੀ ਨਹੀਂ ਸਾਨੂੰ ਕਿਸੇ ਨਾਲ ਹਾਲੇ ਅਨਕੰਡੀਸ਼ਨਲ ਲਵ ਹੋ ਰਿਹਾ, ਕਿਉਂਕਿ ਸੁੱਖ ਦਿੰਦਾ ਤਾਂ ਸਾਨੂੰ ਲਵ ਚੰਗਾ ਲੱਗਦਾ ਨਹੀਂ ਆ, ਤਾਂ ਪਰ ਸਾਨੂੰ ਅੰਦਰ ਹੇਟਰਡ, ਜੈਲਸੀ ਆ ਜਾਂਦੀ ਹੈ। ਸੋ ਨਹੀਂ, ਉਹਦੇ ਲਈ ਪਰਮਾਤਮਾ ਨੂੰ ਪ੍ਰੇਮ ਕਰਨਾ ਸ਼ੁਰੂ ਕਰੀਏ, ਫਿਰ ਕਰਦਿਆਂ ਕਰਦਿਆਂ ਮੈਲਟ ਹੋਵੇਗਾ ਅੰਦਰਲਾ, ਸਾਨੂੰ ਸਾਰੇ ਹੀ ਉਹਦੇ ਹੀ ਪਰਮਾਤਮਾ ਦੇ ਹੀ ਪਿਆਰੇ ਲੱਗਣਗੇ। ਤੋ ਪੰਜਵਾਂ ਜਿਹੜਾ ਹੈਗਾ, ਨੀਂਦ ਤੋਂ ਜਾਗਣਾ ਆ। ਅਸੀਂ ਸੁੱਤੇ ਪਏ ਆ ਪਾਸਟ ਜਾਂ ਫਿਊਚਰ ਦੇ ਵਿੱਚ ਜਾ ਕੇ। ਸੋ ਅਵੇਅਰਨੈਸ ਵਿੱਚ, ਪ੍ਰੈਜ਼ੈਂਟ ਵਿੱਚ ਰਹੀਏ। ਤਾਂ ਜਿਹੜਾ ਅਸੀਂ ਦੁੱਖ ਫੀਲ ਕਰਦੇ ਹਾਂ, ਉਹਦੀ ਜਗ੍ਹਾ ਅਸੀਂ ਗ੍ਰੈਟੀਟਿਊਡ, ਸ਼ੁਕਰਾਨੇ ਦੇ ਭਾਵ ਵਿੱਚ ਅਸੀਂ ਆ ਜਾਈਏ। ਕੰਪਲੇਂਟਸ ਕਰੀ ਜਾਂਦੇ ਹਾਂ, ਉਹਦੀ ਜਗ੍ਹਾ ਸ਼ੁਕਰਾਨਾ ਕਰੀਏ। ਸੋ ਅਗਲਾ ਜਿਹੜਾ ਹੈਗਾ, ਛੇਵਾਂ ਸਰੀਰ ਨੂੰ ਜਗਾਈਏ ਤਾਂ ਬ੍ਰਹਮ ਤੋਂ ਪਾਰ ਬ੍ਰਹਮ ਤੱਕ ਜਾਣ ਦੇ ਲਈ ਆਗਿਆ ਵਿੱਚ ਆਉਣਾ, ਪਰਮਾਤਮਾ ਦੇ ਭਾਣੇ ਵਿੱਚ ਆਉਣਾ, ਉਹਦੀ ਹਰ ਰਜ਼ਾ। ਬੇਸ਼ੱਕ ਸਾਨੂੰ ਦੁੱਖ ਲੱਗਦਾ, ਕਿਉਂਕਿ ਅਸੀਂ ਮਨ ਪਿੱਛੇ ਫਿਰਦੇ ਹਾਂ, ਜੋ ਮਨ ਚਾਹੁੰਦਾ ਅਸੀਂ ਚਾਹੁੰਦੇ ਜੀਵਨ ਵਿੱਚ ਉਹ ਹੋਵੇ, ਲੇਕਿਨ ਨਹੀਂ। ਫਿਰ ਇਸ ਤਰ੍ਹਾਂ ਦੇ ਭਾਵ ਰੱਖਣੇ ਕਿ ਮੇਰਾ ਬੇਸ਼ੱਕ ਮਨ ਇਹ ਕਹਿ ਰਿਹਾ, ਪਰ ਪਰਮਾਤਮਾ ਇਹਦੇ ਵਿੱਚ ਕੁਝ ਭਲਾ ਹੀ ਕਰ ਰਿਹਾ, ਪਰਮਾਤਮਾ ਇਹਦੇ ਵਿੱਚ ਕੁਝ ਭਲਾ ਹੀ ਕਰ ਰਿਹਾ। ਐਫਰਟਸ ਕਰੋ, ਮਿਹਨਤ ਕਰੋ, ਸਭ ਕੁਝ ਕਰੋ, ਪਰ ਪਰਮਾਤਮਾ ਅੱਗੇ ਕੋਈ ਗਿਲਾ ਨਹੀਂ, ਉਹਦੀ ਆਗਿਆ ਵਿੱਚ, ਉਹਦੇ ਭਾਣੇ ਵਿੱਚ। ਇੱਥੇ ਹੁੰਦਾ ਰੱਬੀ ਕਾਨੂੰਨਾਂ ਅਨੁਸਾਰ ਆਪਣੇ ਜੀਵਨ ਨੂੰ ਜੀਣਾ, ਜੋ ਕਾਸਮਿਕ ਲਾਅ ਨੇ ਉਹਨਾਂ ਮੁਤਾਬਕ ਆਪਣੇ ਜੀਵਨ ਨੂੰ ਜੀਣਾ। ਅੰਮ੍ਰਿਤ ਵੇਲੇ ਉੱਠਣ ਨੂੰ ਕਿਹਾ ਤਾਂ ਅੰਮ੍ਰਿਤ ਵੇਲੇ ਉੱਠੀਏ, ਰਾਤ ਨੂੰ ਟਾਈਮ 'ਤੇ ਸੌਂਈਏ, ਖਾਈਏ ਕਿਹੋ ਜਿਹਾ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਸੋ ਉੱਦਾਂ ਦਾ ਨਾ ਖਾਓ ਜਿਹਦੇ ਨਾਲ ਤਨ ਨੂੰ ਰੋਗ ਲੱਗਣ, ਮਨ ਵਿੱਚ ਵਿਕਾਰ ਪੈਦਾ ਹੋਣ। ਪਹਿਨਣ ਦਾ ਵੀ ਦੱਸ ਦਿੱਤਾ ਮਹਾਰਾਜ ਨੇ, ਸੌਣ ਦਾ ਵੀ ਦੱਸ ਦਿੱਤਾ, ਚੜ੍ਹਨ ਦਾ ਵੀ ਦੱਸ ਦਿੱਤਾ। ਹੰਕਾਰ ਤੇ ਨਾ ਚੜ੍ਹੀਏ, ਅਸੀਂ ਸਵਾਰੀ ਕਰੀ ਨਿਮਰਤਾ ਦੀ ਸਵਾਰੀ ਰੱਖੀਏ, ਹੰਕਾਰ ਦੀ ਨਾ ਕਰੀਏ। ਉੱਦਾਂ ਦਾ ਨਾ ਪਹਿਨੋ ਜਿਹੜੇ ਪਹਿਨਣ ਨਾਲ ਸਾਡਾ ਸਰੀਰ, ਟਾਈਟ ਪਹਿਨ ਲੈ ਤਾਂ ਸਰੀਰ ਔਖਾ ਆ, ਉਹਦੀ ਐਨਰਜੀ ਦਾ ਫਲੋ ਨਹੀਂ ਠੀਕ ਹੁੰਦਾ।
ਭੜਕਾਊ ਕੱਪੜੇ ਪਹਿਨ ਲਏ, ਦੂਸਰੇ ਦੀ ਵਾਸ਼ਨਾ ਨੂੰ ਜਗਾਉਂਦੇ ਹਾਂ, ਉਹ ਵੀ ਨਹੀਂ ਕੰਮ ਠੀਕ ਹੈਗਾ। ਸੋ ਜਾਗਰਤ ਅਵਸਥਾ ਵਿੱਚ ਅਸੀਂ ਰਹੀਏ ਤਾਂ ਫਿਰ ਅਗਲਾ ਇਹ ਸਾਰੀਆਂ ਅਸੀਂ ਆਪਣੇ ਮਨ ਦੇ ਉੱਤੇ ਪਹਿਰੇ ਦਈਏ, ਬੰਦਗੀ ਕਰੀਏ, ਨਿਮਰਤਾ ਵਿੱਚ ਰਹੀਏ, ਪ੍ਰੇਮ ਦੇ ਵਿੱਚ ਰਹੀਏ, ਪਰਮਾਤਮਾ ਦੇ ਪ੍ਰੇਮ ਵਿੱਚ ਰਹੀਏ। ਹਾਲੇ ਸਾਨੂੰ ਦੂਸਰਿਆਂ ਨਾਲ ਨਹੀਂ ਪ੍ਰੇਮ ਆ ਰਿਹਾ ਤਾਂ ਉਹ ਵੀ ਹੌਲੀ ਹੌਲੀ ਆਉਣਾ ਸ਼ੁਰੂ ਹੋ ਜਾਏਗਾ। ਅਨਕੰਡੀਸ਼ਨਲ ਲਵ ਮਤਲਬ ਉਹ ਦੂਸਰਾ ਤਾਂ ਸਾਨੂੰ ਆਉਂਦਾ ਇੱਕ ਦੂਸਰੇ ਦੇ ਨਾਲ ਜਿਹੜਾ ਮੋਹ ਵਾਲਾ, ਉਹ ਵਾਲਾ ਨਹੀਂ, ਅਨਕੰਡੀਸ਼ਨਲ ਲਵ ਸਾਨੂੰ ਆਵੇ। ਤੋ ਇਹ ਗੁਰੂ ਮਹਾਰਾਜ ਜੀ ਸਾਡੇ ਸਾਰਿਆਂ ਉੱਤੇ ਆਪਣੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸੱਚ ਦੀ ਯਾਤਰਾ ਵਿੱਚ ਮਹਾਰਾਜ ਜੀ ਉਂਗਲ ਪਕੜ ਪਕੜ ਕੇ ਲੈ ਕੇ ਜਾਣ ਸਾਨੂੰ ਸਾਰਿਆਂ ਨੂੰ ਸੰਗਤ ਜੀ, ਕਿਉਂਕਿ ਅਸੀਂ ਤਾਂ ਫੇਲ ਵਾਲੇ ਹੀ ਆ, ਨਲਾਇਕ ਸਟੂਡੈਂਟ ਆ, ਕਰਦੇ ਨਹੀਂ ਹੋਮਵਰਕ ਅਸੀਂ ਚੰਗੀ ਤਰ੍ਹਾਂ, ਹੈ ਨਾ। ਤੋ ਅਗਰ ਹਾਜ਼ਰੀ ਭਰਦੇ ਹੋ ਨਾ ਰੋਜ਼ ਕਲਾਸ ਵਿੱਚ ਜਾ ਕੇ, ਮਤਲਬ ਅਗਰ ਨਿਯਮ ਹੀ ਪੂਰਾ ਕਰ ਰਹੇ ਹੋ, ਵੀ ਟੀਚਰ ਨੂੰ ਬੜਾ ਹੁੰਦਾ ਦੇਖੋ ਤਿਆਰ ਹੋ ਕੇ ਯੂਨੀਫਾਰਮ ਪਹਿਨ ਕੇ ਆ ਵੀ ਰਿਹਾ ਰੋਜ਼, ਤਾਂ ਹੁਣ ਮੈਂ ਥੋੜਾ ਗ੍ਰੇਸ ਕਰ ਦੇਵਾਂ ਇਹਦੇ ਉੱਤੇ, ਇਹਨੂੰ ਥੋੜਾ ਜਿਹਾ ਐਕਸਟਰਾ ਕਲਾਸਿਸ ਲਾ ਕੇ ਇਹਨੂੰ ਪੜ੍ਹਾ ਕੇ ਇਹਨੂੰ ਵੀ ਪਾਸ ਕਰਾ ਦਈਏ। ਸੋ ਉਹ ਐਕਸਟਰਾ ਕਲਾਸਿਸ ਜਿਹੜੀਆਂ ਹੁੰਦੀਆਂ ਨਾ, ਉਹ ਫਿਰ ਇੱਦਾਂ ਨਹੀਂ ਕੋਈ ਹੁੰਦੀਆਂ ਕਲਾਸ, ਉਹ ਫਿਰ ਬਖਸ਼ਿਸ਼ ਦਾ ਦਰ ਆਪਣੇ ਵੱਲੋਂ ਅਸੀਂ ਲੱਗੇ ਹੋਏ ਹਾਂ, ਉਹ ਸਟੂਡੈਂਟ ਲੱਗਿਆ ਹੋਇਆ ਜਾ ਵੀ ਰਿਹਾ ਪਰ ਪੱਲੇ ਨਹੀਂ ਪੈਂਦਾ। ਸੋ ਫਿਰ ਗੁਰੂ ਗ੍ਰੇਸ ਕਰਦਾ, ਬਖਸ਼ਿਸ਼ ਕਰਦਾ, ਅਸੀਂ ਲੱਗੇ ਰਹੀਏ, ਉਪਰਾਲੇ ਇਹੀ ਹੋਣ ਵੀ ਅਸੀਂ ਵਿਕਾਰਾਂ ਤੋਂ ਪਾਰ ਹੋਈਏ, ਅਸੀਂ ਸੱਚ ਤੱਕ ਪਹੁੰਚੀਏ, ਸਾਡੀ ਭਾਵਨਾ ਇਹੀ ਹੋਵੇ। ਫਿਰ ਜਨਮਾਂ ਜਨਮਾਂ ਦੀਆਂ ਜਿਹੜੀਆਂ ਮੈਲਾਂ ਨੇ ਨਾ, ਇਹ ਸਾਡੇ ਗੁਰੂ ਨੇ ਕੱਟਣੀਆਂ ਨੇ। ਗੁਰ ਪ੍ਰਸਾਦ ਬਖਸ਼ਿਸ਼ ਦਾ ਦਰ ਫਿਰ ਗੁਰੂ ਸਾਡਾ ਖੁੱਲ੍ਹੇਗਾ ਹੀ ਖੁੱਲ੍ਹੇਗਾ। ਸਾਡੀ ਸਾਰੀ ਸੰਗਤ ਦੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਹਰਾਂ ਦੇ ਘਰ ਵਿੱਚ ਆਓ, ਬਖਸ਼ਿਸ਼ਾਂ ਦੇ ਘਰ ਵਿੱਚ ਆਓ, ਆਪਣੇ ਦਰੋਂ ਘਰੋਂ ਨਾਨਕ ਨਦਰੀ ਨਦਰ ਨਿਹਾਲ ਕਰੋ ਸਾਰੀ ਸੰਗਤ ਦੇ ਉੱਤੇ ਦਾਤਾ ਜੀ। ਸਾਨੂੰ ਸਾਨੂੰ ਸਾਰਿਆਂ ਕੱਚਿਆਂ ਨੂੰ ਕੱਚ ਪਕਾਈ ਉੱਥੇ ਪਾਏ ਵਾਲਿਆਂ ਨੂੰ ਦਾਤਾ ਜੀ ਤੁਸੀਂ ਆਪ ਹੀ ਪਾਸ ਕਰੋ, ਸਾਡੀ ਉਂਗਲ ਪਕੜ ਪਕੜ ਕੇ ਸਾਨੂੰ ਸੱਚ ਵਿੱਚ ਹੀ ਅਭੇਦ ਕਰ ਦਿਓ, ਐਸੀ ਸਾਰੀ ਸੰਗਤ ਦੀ ਬੇਨਤੀ ਹੈ ਦਾਤਾ ਜੀ। ਤੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਹੈ ਹੀ ਹੈ, ਆਪ ਸਾਰੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਦਾ ਕੋਟਾਨ ਕੋਟਾਨ ਸ਼ੁਕਰਾਨਾ ਸੰਗਤ ਜੀ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਆਪਣੀਆਂ ਅਸੀਸਾਂ ਹਮੇਸ਼ਾ ਹੀ ਆਪ ਜੀ ਨੇ ਬਣਾ ਕੇ ਰੱਖਣੀਆਂ। ਤੁਹਾਡੀਆਂ ਅਸੀਸਾਂ ਦੇ ਸਦਕਾ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ ਸੰਗਤ ਜੀ। ਸੋ ਕੋਟਾਨ ਕੋਟਾਨ ਸ਼ੁਕਰਾਨਾ ਆਪ ਸਭ ਜੀ ਦਾ। ਇੱਕ ਹੋਰ ਵੀ ਆਪ ਜੀ ਦਾ ਸ਼ੁਕਰਾਨਾ, ਕੱਲ ਮੇਰਾ ਜਨਮ ਦਿਨ ਸੀਗਾ, ਆਪ ਸਾਰੀਆਂ ਸੰਗਤਾਂ ਨੇ ਬੜੇ ਮੈਸੇजेस ਭੇਜੇ, ਅਮਰਦੀਪ ਸਿੰਘ ਨੂੰ ਕਿਸੇ ਨੇ WhatsApp ਤੇ, ਕਿਸੇ ਨੇ ਇੰਸਟਾਗ੍ਰਾਮ ਤੇ, ਸ਼੍ਰੀ ਗੁਰੂ ਨਾਨਕ ਮਿਸ਼ਨ ਦੀ ਫੇਸਬੁੱਕ ਤੇ, ਤੁਸੀਂ ਇੰਨੇ ਪਿਆਰ ਨਾਲ ਅਸੀਸਾਂ ਦਿੱਤੀਆਂ ਸੰਗਤ ਜੀ, ਇੰਨੇ ਪਿਆਰ ਨਾਲ ਅਸੀਸਾਂ ਦਿੱਤੀਆਂ। ਮੈਂ ਵੀ ਦਿਲੋਂ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਅਸੀਸਾਂ ਦਿੰਦੀ ਹਾਂ। ਜਿੰਨੇ ਪ੍ਰੇਮ ਭਾਵਨਾ ਦੇ ਨਾਲ ਦਿਲੋਂ ਤੁਸੀਂ ਅਸੀਸਾਂ ਦਿੱਤੀਆਂ, ਗੁਰੂ ਮਹਾਰਾਜ ਜੀ ਤੁਹਾਨੂੰ ਹਜ਼ਾਰ ਹਜ਼ਾਰ ਗੁਣਾ ਹੋਰ ਅਸੀਸਾਂ ਦੇ ਨਾਲ ਨਿਵਾਜਣ ਸਾਰੀਆਂ ਸੰਗਤਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।